ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਟੀਵੀ 84 ਤੇ ਮੈਂ ਸੁਖਵਿੰਦਰ ਸਿੰਘ ਹਾਜ਼ਰ ਹਾਂ ਅੱਜ ਦਾ ਫੋਲਡ ਲਾਈਵਸ ਪ੍ਰੋਗਰਾਮ ਲੈ ਕੇ। ਅੱਜ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਤੋਂ ਲੈਕਚਰਰ ਪ੍ਰੋਫੈਸਰ ਰਣਵੀਰ ਸਿੰਘ, ਜੋ ਕਿ ਲਗਾਤਾਰ ਸਿੱਖ ਮਸਲਿਆਂ ਦੇ ਉੱਤੇ ਜਾਂ ਫਿਰ ਸਾਊਥ ਏਸ਼ੀਆ ਦੇ ਵਿੱਚ ਜਿਹੜੀ ਪੋਲਿਟਿਕਸ ਆ ਉਹਦੇ ਉੱਤੇ ਆਪਣੇ ਵਿਚਾਰ ਪੇਸ਼ ਕਰਦੇ ਰਹਿੰਦੇ ਨੇ। ਤੇ ਅੱਜ ਸਾਡਾ ਪ੍ਰੋਗਰਾਮ ਜਿਹੜਾ ਆ ਉਸ ਦੇ ਵਿੱਚ ਜਿਹੜਾ ਨੁਕਤਾ ਅਸੀਂ ਵਿਚਾਰਾਂਗੇ ਉਹ ਇਹ ਆ ਕਿ ਜਿਹੜੇ ਪਿਛਲੇ ਦਿਨਾਂ ਦੇ ਦੌਰਾਨ ਵੱਖੋ ਵੱਖ ਮੁਲਕਾਂ ਦੇ ਵਿੱਚ ਸਿੱਖ ਐਕਟਿਵਿਸਟ ਦੇ ਜਿਹੜੇ ਮਰਡਰ ਹੋਏ ਆ, ਜਿਸ ਤਰ੍ਹਾਂ ਖਾਲਿਸਤਾਨ ਦੇ ਲਈ ਜੂਝ ਰਹੇ ਸਿੱਖ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਕਤਲ ਕੀਤਾ ਗਿਆ ਆ, ਤੇ ਉਸ ਦੇ ਪਿੱਛੇ ਜਿਹੜਾ ਸਿੱਖਾਂ ਦਾ ਇੱਕ ਮੰਨਣਾ ਆ ਕਿ ਇੰਡੀਅਨ ਸਟੇਟ ਇਹ ਮਰਡਰਸ ਕਰ ਰਹੀ ਆ, ਤੇ ਇੰਡੀਅਨ ਸਟੇਟ ਹਾਸਲ ਕੀ ਕਰਨਾ ਚਾਹੁੰਦੀ ਆ ਜਾਂ ਕੀ ਮੈਸੇਜ ਜਿਹੜਾ ਆ ਉਹ ਸਿੱਖਾਂ ਨੂੰ ਦੇਣਾ ਚਾਹੁੰਦੀ ਆ। ਤੇ ਮੈਂ ਪ੍ਰੋਫੈਸਰ ਰਣਵੀਰ ਸਿੰਘ ਹੋਰਾਂ ਨੂੰ ਆਪਣੇ ਇਸ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦਾ ਜੀ। ਭਾਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ ਭਾਜੀ, ਸਭ ਤੋਂ ਪਹਿਲਾਂ ਮੇਰਾ ਸਵਾਲ ਕਿ ਜਿਹੜੀ ਸਿੱਖ ਸੁਰਤ ਆ ਉਹ ਇਹ ਮੰਨ ਰਹੀ ਆ ਕਿ ਜਿਹੜੇ ਇਹ ਕਤਲ ਪਿਛਲੇ ਦਿਨਾਂ ਦੇ ਦੌਰਾਨ ਹੋਏ ਨੇ, ਖਾਸ ਤੌਰ ਤੇ ਪਾਕਿਸਤਾਨ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਹੋਰਾਂ ਦਾ, ਤੇ ਉਸ ਤੋਂ ਬਾਅਦ ਯੂਕੇ ਦੇ ਵਿੱਚ ਅਵਤਾਰ ਸਿੰਘ ਖੰਡਾ ਆਜ਼ਾਦ ਹੋਰਾਂ ਦਾ, ਤੇ ਕੈਨੇਡਾ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਹੋਰਾਂ ਦਾ, ਵੀ ਇਹ ਜਿਹੜੇ ਸਾਰੇ ਕਤਲ ਨੇ ਇਹ ਇੰਡੀਅਨ ਸਟੇਟ ਨੇ ਕੀਤੇ ਆ। ਤੁਸੀਂ ਵੀ ਇਹੀ ਮੰਨਦੇ ਹੋ? ਹਾਂਜੀ, ਮੈਂ ਬਿਲਕੁਲ ਇਹ ਮੰਨਦਾ ਜੀ ਕਿ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਜਰ ਤੇ ਉਹਨਾਂ ਤੋਂ ਵੀ ਪਹਿਲਾਂ ਹੋਰ ਵੀ ਬਹੁਤ ਕਤਲ ਹੋਏ ਆ। ਉਹਨਾਂ ਦੇ ਪਿੱਛੇ ਜਿਹੜਾ ਭਾਰਤੀ ਹਕੂਮਤ ਦਾ ਹੱਥ ਹੈ ਜਿਹੜਾ ਹੋ ਸਕਦਾ। ਪਰ ਜਦੋਂ ਆਪਾਂ ਇੰਡੀਅਨ ਸਟੇਟ ਤੇ ਜੇ ਇੰਡੀਅਨ ਸਟੇਟ ਇਹ ਮਰਡਰਸ ਕਰ ਰਹੀ ਆ, ਤਾਂ ਜਿਹੜੇ ਆ ਹੁਣ ਪਿਛਲੇ ਕੁਝ ਦਿਨਾਂ ਦੇ ਦੌਰਾਨ ਕਤਲ ਹੋਏ ਆ, ਇਹਨਾਂ ਦੇ ਵਿੱਚ ਇਹ ਵੀ ਗੱਲ ਦੇਖਣ ਵਾਲੀ ਆ ਕਿ ਇੰਡੀਅਨ ਪ੍ਰਾਈਮ ਮਿਨਿਸਟਰ ਜਿਹੜੇ ਨਰਿੰਦਰ ਮੋਦੀ ਨੇ ਉਹ ਬੜਾ ਇੰਪੋਰਟੈਂਟ ਵਿਜ਼ਿਟ ਸੀ ਉਹਨਾਂ ਦਾ ਯੂਐਸਏ ਦਾ, ਤੇ ਯੂਐਸਏ ਦੇ ਵਿਜ਼ਿਟ ਤੇ ਜਦੋਂ ਆ ਰਹੇ ਸੀ ਉਸ ਤੋਂ ਬਿਲਕੁਲ ਪਹਿਲਾਂ ਇਹ ਕਤਲ ਹੁੰਦੇ ਨੇ। ਤਾਂ ਤੁਹਾਨੂੰ ਨਹੀਂ ਲੱਗਦਾ ਕਿ ਇੰਡੀਅਨ ਸਟੇਟ ਐਡਾ ਵੱਡਾ ਰਿਸਕ ਕਿਉਂ ਲੈ ਰਹੀ ਆ? ਮਤਲਬ ਆਪਣਾ ਬਿਲਕੁਲ ਪ੍ਰਾਈਮ ਮਿਨਿਸਟਰ ਦਾ ਐਡਾ ਇੰਪੋਰਟੈਂਟ ਵਿਜ਼ਿਟ ਹੋਵੇ ਯੂਐਸ ਦਾ, ਤੇ ਉਸ ਤੋਂ ਪਹਿਲਾਂ ਇਸ ਤਰ੍ਹਾਂ ਦੇ ਐਕਸ਼ਨ ਕਰਨੇ। ਦੇਖੋ, ਇੰਡੀਅਨ ਸਟੇਟ ਨੂੰ ਕੀ ਰਿਸਕ ਹੈ? ਉਹ ਤਾਂ ਪ੍ਰਾਈਮ ਮਿਨਿਸਟਰ ਦੀ ਕਿਹੜਾ ਉਹਦੇ ਨਾਲ ਜਿਹੜੀ ਫੇਰੀ ਉਹ ਰੱਦ ਹੋ ਗਈ ਜਾਂ ਉਹਦੇ ਤੇ ਕੋਈ ਫਰਕ ਪੈ ਗਿਆ। ਇਹ ਤਾਂ ਸਿਰਫ ਸਿੱਖ ਹੀ ਆ ਨਾ ਜਿਹੜੇ ਇਸ ਗੱਲ ਦਾ ਵਿਰੋਧ ਕਰ ਰਹੇ ਆ। ਇੰਡੀਅਨ ਸਟੇਟ ਅਫੋਰਡ ਕਰਦੀ ਹੈ ਸਿੱਖਾਂ ਨੂੰ ਪੱਛਮੀ ਮੁਲਕਾਂ ਦੇ ਵਿੱਚ ਵੀ ਕਤਲ ਕਰਨਾ, ਕਿਉਂਕਿ ਸਿੱਖਾਂ ਦੇ ਹੱਕ ਦੇ ਵਿੱਚ ਕੋਈ ਵਾਈਡ ਸਪਰੈਡ ਸਿਵਲ ਰਾਈਟਸ ਮੂਵਮੈਂਟ ਨਹੀਂ ਹੈਗੀ ਇੰਟਰਨੈਸ਼ਨਲੀ। ਤੇ ਸਿੱਖ ਪਿਛਲੇ 40 ਸਾਲਾਂ ਦੇ ਵਿੱਚ ਇਹੋ ਜਿਹੀ ਲਹਿਰ ਖੜੀ ਕਰਨ ਦੇ ਵਿੱਚ ਵੀ ਫੇਲ ਹੋਏ ਆ ਬੁਰੀ ਤਰ੍ਹਾਂ। ਇਸ ਗੱਲ ਨੇ ਇੰਡੀਅਨ ਸਟੇਟ ਨੂੰ ਇਹ ਖੁੱਲ੍ਹ ਦੇਤੀ ਕਿ ਉਹ ਹੁਣ ਹੋਰ ਤਰੀਕਿਆਂ ਨਾਲ ਸਾਡੀ ਆਵਾਜ਼ ਦਬਾਉਣ ਦੀ ਥਾਂ ਤੇ ਸਾਨੂੰ ਸਰੀਰਕ ਰੂਪ ਦੇ ਵਿੱਚ ਖਤਮ ਕਰਕੇ ਸਾਡੀ ਆਵਾਜ਼ ਦਬਾਉਣ ਲੱਗ ਜਾਵੇ। ਸਿੱਖਾਂ ਦੀ ਆਜ਼ਾਦੀ ਦੀ ਲਹਿਰ ਦੇ ਵਿੱਚ ਇਹ ਬਹੁਤ ਵੱਡੀ ਇੱਕ ਵਾਟਰਸ਼ੈਡ ਮੂਵਮੈਂਟ ਹੈ। ਇਹਦੇ ਤੋਂ ਬਾਅਦ ਸਾਰੇ ਇਹਦੇ ਪਸਾਰ ਬਦਲ ਜਾਣੇ ਆ। ਸੋ ਇਹ ਗੱਲ ਮੇਰੇ ਖਿਆਲ 'ਚ ਬਹੁਤ ਸਾਡੇ ਵੀਰ ਜਿਹੜੇ ਉਹ ਰਿਅਲਾਈਜ਼ ਨਹੀਂ ਕਰ ਰਹੇ। ਪ੍ਰੋਫੈਸਰ ਰਣਵੀਰ ਸਿੰਘ ਜੀ, ਫਿਰ ਜਿਹੜੀ ਤੁਸੀਂ ਗੱਲ ਕਹੀ ਆ ਕਿ ਪਿਛਲੇ 40 ਸਾਲਾਂ ਦੇ ਵਿੱਚ ਕੋਈ ਜਿਹੜੀ ਸਿਵਲ ਰਾਈਟਸ ਮੂਵਮੈਂਟ ਆਪਣੇ ਹੱਕ ਦੇ ਵਿੱਚ ਸਿੱਖ ਵੈਸਟਰਨ ਸੁਸਾਇਟੀ ਦੇ ਵਿੱਚ ਵੀ ਕ੍ਰੀਏਟ ਨਹੀਂ ਕਰ ਸਕੇ, ਹਾਲਾਂਕਿ ਬੜੇ ਵੱਡੇ ਪੱਧਰ ਤੇ ਸਿੱਖਾਂ ਦੀ ਜਿਹੜੀ ਮਾਈਗ੍ਰੇਸ਼ਨ ਆਫਟਰ ਜੈਨੋਸਾਈਡ ਉਹ ਵੈਸਟਰਨ ਸੁਸਾਇਟੀ 'ਚ ਹੋਈ, ਤੇ ਵੈਸਟਰਨ ਸੁਸਾਇਟੀ ਇਹ ਮੰਨਿਆ ਜਾਂਦਾ ਹੈ ਕਿ ਹਿਊਮਨ ਰਾਈਟਸ ਨੂੰ ਲੈ ਕੇ ਜਾਂ ਜੈਨੋਸਾਈਡਸ ਜਦੋਂ ਹੁੰਦੇ ਆ ਉਹਨੂੰ ਲੈ ਕੇ ਥੋੜੀ ਜੀ ਮਤਲਬ ਰਹਿਮ ਉਹਨਾਂ ਦੇ ਅੰਦਰ ਹੈਗਾ ਆ, ਜਾਂ ਇੱਥੇ ਇੱਕ ਨੈਰੇਟਿਵ ਆ ਕਿ ਹਿਊਮਨ ਰਾਈਟਸ ਦੀ ਇੱਥੇ ਸਪੇਸ ਹੈਗੀ ਆ। ਫਿਰ ਸਿੱਖਾਂ ਦੇ ਨਾਲ ਅਜਿਹਾ ਕਿਉਂ ਵਾਪਰਿਆ? ਸਿੱਖਾਂ ਵੱਲੋਂ ਕੋਈ ਘਾਟ ਆ ਜਾਂ ਵੈਸਟਰਨ ਸੁਸਾਇਟੀ ਦੇ ਵਿੱਚ ਮਤਲਬ ਸਿੱਖਾਂ ਦੇ ਲਈ ਕੋਈ ਸਿੱਖਾਂ ਦੇ ਜਿਹੜੀ ਪੇਨ ਆ ਉਹਦੇ ਲਈ ਕੋਈ ਸਪੇਸ ਨਹੀਂ ਹੈ? ਦੇਖੋ, ਦੋ ਗੱਲਾਂ ਨੇ ਇਹਦੇ 'ਚ। ਜਿਹੜੀ ਵੈਸਟਰਨ ਸੁਸਾਇਟੀ ਆ ਉਹਦੀ ਇੱਕ ਆਪਣੀ ਪੋਲੀਟਿਕਸ ਆ, ਉਹਦੇ ਵਿੱਚ ਉਹਨਾਂ ਦੇ ਇੰਡੀਆ ਨਾਲ ਟ੍ਰੇਡ ਰਿਲੇਸ਼ਨਸ ਤੇ ਹੋਰ ਗੱਲਾਂ ਵੀ ਨੇ। ਪਰ ਇਹਦੇ ਨਾਲ ਹੀ ਮੈਂ ਵੀ ਕਹਿਣਾ ਚਾਹੁੰਦਾ ਕਿ ਪੰਜਾਬੀ ਦੇ ਵਿੱਚ ਕਹਾਵਤ ਹੈ ਕਿ ਰੋਏ ਬਿਨਾਂ ਤਾਂ ਮਾਂ ਵੀ ਦੁੱਧ ਨਹੀਂ ਦਿੰਦੀ। ਜੇ ਤੁਸੀਂ ਆਪ ਨਹੀਂ ਕੁਛ ਕਰਦੇ ਤੁਹਾਡੀ ਕੋਈ ਮਦਦ ਨਹੀਂ ਕਰਦਾ। ਜਿਹੜੀਆਂ ਬਾਕੀ ਅੰਤਰਰਾਸ਼ਟਰੀ ਪੱਧਰ ਤੇ ਚੱਲ ਰਹੇ ਸੰਘਰਸ਼ ਹੈ ਉਹਨਾਂ ਦੇ ਸੰਬੰਧ ਦੇ ਵਿੱਚ ਆਪਾਂ ਵੇਖ ਸਕਦੇ ਹਾਂ ਕਿ ਜਿਵੇਂ ਫਲਸਤੀਨ ਦਾ ਸੰਘਰਸ਼ ਹੈ, ਫਲਸਤੀਨ ਨੂੰ ਪੱਛਮੀ ਮੁਲਕਾਂ ਵੱਲੋਂ, ਪੱਛਮ ਦੀ ਜਿਹੜੀ ਸਿਵਲ ਸੁਸਾਇਟੀ ਹੈ, ਸਰਕਾਰਾਂ ਨਹੀਂ, ਸਿਵਲ ਸੁਸਾਇਟੀ ਵੱਲੋਂ ਬਹੁਤ ਜ਼ਿਆਦਾ ਹਮਾਇਤ ਮਿਲਦੀ ਹੈ ਬਹੁਤ ਵੱਡੇ ਪੱਧਰ ਤੇ। ਉਹ ਸਿਵਲ ਸੁਸਾਇਟੀ ਦੀ ਹਮਾਇਤ ਆ ਜਿਹੜੀ ਉਹ ਹੋਰਾਂ ਸੰਘਰਸ਼ਾਂ ਨੂੰ ਵੀ ਮਿਲਦੀ ਹੈ, ਪਰ ਸਾਡੇ ਸੰਘਰਸ਼ ਨੂੰ ਨਹੀਂ ਮਿਲੀ। ਕਿਉਂ? ਕਿਉਂਕਿ ਸਾਡੇ ਕੋਲੇ
ਉਹ ਸਮਰੱਥਾ ਹੈ ਨਹੀਂ ਸੀ ਕਿ ਅਸੀਂ ਉਸ ਸਿਵਲ ਸੁਸਾਇਟੀ ਨੂੰ ਕਨਵਿੰਸ ਕਰ ਸਕੀਏ ਕਿ ਸਾਡਾ ਸੰਘਰਸ਼ ਠੀਕ ਹੈ। ਉਹਦੇ ਜਿਹੜੀ ਨੈਰੇਟਿਵ ਦੀ ਲੜਾਈ ਹੈ ਉਹਦੇ ਚ ਸਰਕਾਰ ਜਿਹੜੀ ਜ਼ਿਆਦਾ ਤਾਕਤਵਰ ਸੀ ਤੇ ਸਿੱਖ ਲੋੜ ਤੋਂ ਜ਼ਿਆਦਾ ਪਿੱਛੇ ਸੀਗੇ। ਇਸ ਕਰਕੇ ਉਹ ਇੱਕ ਇੰਬੈਲੈਂਸ ਕ੍ਰੀਏਟ ਹੋਇਆ ਪਿਆ ਤੇ ਉਹਦੇ ਕਰਕੇ ਸਗੋਂ ਪੱਛਮੀ ਸਮਾਜ ਦੇ ਵਿੱਚ ਬਹੁਤੇ ਐਕੈਡੈਮਿਕ ਤੇ ਬਹੁਤੇ ਜਰਨਲਿਸਟ ਆ ਜਿਹੜੇ ਉਹ ਸਿੱਖ ਵਿਰੋਧੀ ਵਿਚਾਰ ਰੱਖਦੇ ਆ। ਓਕੇ ਪ੍ਰੋਫੈਸਰ ਰਣਵੀਰ ਸਿੰਘ ਜੀ, ਫਿਰ ਜਿਹੜੀ ਸਟੇਟ ਨੇ ਇਹ ਕੀਤੇ ਨੇ ਅਟੈਕਸ ਕੀਤੇ ਆ, ਮਤਲਬ ਐਲੀਮੀਨੇਸ਼ਨਸ ਕੀਤੀਆਂ ਨੇ ਜਿਹੜੇ ਐਕਟਿਵਿਸਟ ਸੀ ਉਹਨਾਂ ਦੀ, ਤਾਂ ਇਹਦੇ ਰਾਹੀਂ ਇੰਡੀਅਨ ਸਟੇਟ ਹੁਣ ਅਸੀਂ ਦੇਖਦੇ ਹਾਂ 1984 ਤੋਂ ਬਾਅਦ ਕਈ ਪੜਾਅ ਜਿਹੜੇ ਆ ਉਹ ਸਿੱਖ ਸਟਰਗਲ ਦੇ ਲੰਘੇ ਆ। ਹੁਣ ਇਸ ਸਮੇਂ ਇਹਨਾਂ ਐਲੀਮੀਨੇਸ਼ਨਸ ਦੇ ਨਾਲ ਸਟੇਟ ਕੀ ਮੈਸੇਜ ਕਨਵੇ ਕਰਨਾ ਚਾਹੁੰਦੀ ਹੈ ਸਿੱਖਾਂ ਨੂੰ? ਸਟੇਟ ਇਹੀ ਮੈਸੇਜ ਕਨਵੇ ਕਰਨਾ ਚਾਹੁੰਦੀ ਹੈ ਕਿ ਤੁਸੀਂ ਚੁੱਪ ਕਰ ਜਿਓ। ਮੋਦੀ ਦੀ ਜਿਹੜੀਆਂ ਜਿੰਨੀਆਂ ਵੀ ਬਾਹਰਲੇ ਮੁਲਕਾਂ ਦੇ ਵਿੱਚ ਫੇਰੀਆਂ ਹੋਈਆਂ ਉੱਥੇ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਸਿੱਖ ਵਿਰੋਧ ਕਰਦੇ ਆ। ਕਿਸਾਨ ਮੋਰਚੇ ਨੇ ਬਹੁਤ ਵੱਡਾ ਚੈਲੰਜ ਦਿੱਤਾ, ਇੱਕ ਕਿਸਮ ਨਾਲ ਹੇਠੀ ਕੀਤੀ ਸਰਕਾਰ ਦੀ, ਕੱਲੀ ਸਰਕਾਰ ਦੀ ਨਹੀਂ, ਜਿਹੜੀ ਉਹਦੇ ਪਿੱਛੇ ਚਲਾ ਰਹੇ ਉਹਨੂੰ ਗਰੁੱਪ RSS ਵਰਗੇ, ਉਹਨਾਂ ਦੀ ਵੀ ਹੇਠੀ ਹੋਈ ਹੈ। ਜਿਹੜੀ ਉਹ ਇਮੇਜ ਆਪਦੀ ਬਿਲਡ ਕਰ ਰਹੇ ਸੀ ਇੱਕ ਇਨਵਿੰਸੀਬਲ ਇਮੇਜ ਮੋਦੀ ਦੇ ਰੂਪ ਦੇ ਵਿੱਚ, ਉਹ ਇਮੇਜ ਸ਼ੈਟਰ ਹੋ ਗਈ। ਸੋ ਇਸ ਕਰਕੇ ਸਟੇਟ ਹੈ ਜਿਹੜੀ ਉਹ ਇਹ ਚਾਹੁੰਦੀ ਹੈ ਕਿ, ਮੈਨੂੰ ਇਹ ਲੱਗਦਾ ਹੈ ਕਿ ਪੰਜਾਬ ਦੇ ਵਿੱਚ ਉਹਨਾਂ ਨੇ ਸਿੱਖਾਂ ਨੂੰ ਲਗਭਗ ਦਬਾ ਲਿਆ। ਪੰਜਾਬ ਦੇ ਵਿੱਚ ਹੁਣ ਵਾਈਡ ਸਪਰੈਡ ਮੂਵਮੈਂਟ ਚੱਲਣ ਦੇ ਬਹੁਤ ਘੱਟ ਚਾਂਸ ਰਹਿ ਗਏ ਕਿਉਂਕਿ ਪਾਪੂਲੇਸ਼ਨ ਟ੍ਰਾਂਸਫਰ ਹੋ ਗਿਆ ਬਹੁਤ ਵੱਡੇ ਪੱਧਰ ਤੇ। ਆਪਣੀ ਇਲੈਕਟੋਰਲ ਪੋਲਿਟਿਕਸ ਦੇ ਵਿੱਚ ਸਿੱਖ ਹੈ ਜਿਹੜੇ ਉਹ ਮਾਰਜਨਲਾਈਜ਼ ਹੋ ਗਏ ਆ। ਮੈਨੂੰ ਨਹੀਂ ਲੱਗਦਾ ਹੁਣ ਇਹਨਾਂ ਤੋਂ ਉੱਠਿਆ ਜਾਊਗਾ। ਨਾ ਅਕਾਲੀ ਦਲ ਦਾ ਬਦਲ ਬਣੇ, ਨਾ ਅਕਾਲੀ ਦਲ ਤੋਂ ਉੱਠਿਆ ਜਾਵੇ, ਨਾ ਹੀ ਅਕਾਲੀ ਦਲ ਸਿੱਖ ਹਿੱਤਾਂ ਦੀ ਹਾਮੀ ਭਰਦਾ। ਸੋ ਮੈਸ ਬਣ ਗਈ ਇੱਕ ਬਹੁਤ ਵੱਡੀ। ਬਹੁਤ ਸਾਰੇ ਸਿੱਖ ਗਰੁੱਪਾਂ ਨੂੰ ਇਹ ਲੱਗਦਾ ਸੀਗਾ ਵੀ ਜੇ ਜਦੋਂ ਅਕਾਲੀ ਦਲ ਡਾਊਨ ਹੋਇਆ ਤੇ ਸਾਡੇ ਵਾਸਤੇ ਸਪੇਸ ਬਣ ਜੂਗੀ, ਪਰ ਇਸ ਤਰ੍ਹਾਂ ਨਹੀਂ ਹੁੰਦਾ। ਤੁਹਾਨੂੰ ਆਪਦੀ ਸਪੇਸ ਬਣਾਉਣ ਵਾਸਤੇ ਆਪ ਕੰਮ ਕਰਨਾ ਪੈਂਦਾ। ਕਿਸੇ ਦੇ ਥੱਲੇ ਢਿੱਗਣ ਨਾਲ ਤੁਸੀਂ ਥੋੜੀ ਉੱਤੇ ਉੱਠ ਸਕਦੇ ਹੋ, ਤੁਹਾਨੂੰ ਆਪ ਉੱਤੇ ਨੂੰ ਚੜ੍ਹਨਾ ਪੈਣਾ, ਔਖੀ ਚੜ੍ਹਾਈ ਚੜ੍ਹਨੀ ਪੈਣੀ ਆ। ਉਹ ਸਿੱਖ ਗਰੁੱਪਾਂ ਤੋਂ ਹੋਇਆ ਨੀਗਾ ਬਾਲਿਆਂ ਤੋਂ। ਸੋ ਇਸ ਕਰਕੇ ਸਿੱਖ ਜਿਹੜੇ ਉਹ ਤਾਂ ਕਾਫੀ ਬੁਰੇ ਤਰੀਕੇ ਨਾਲ ਮਾਰਜਨਲਾਈਜ਼ ਹੋ ਗਏ, ਜਿਹੜੇ ਕਿ ਮੈਨੂੰ ਇਹ ਲੱਗਦਾ ਵੀ ਉਹ ਸਮਝ ਵੀ ਨਹੀਂ ਰਹੇਗੇ ਜਿੰਨੇ ਬੁਰੇ ਤਰੀਕੇ ਨਾਲ ਮਾਰਜਨਲਾਈਜ਼ ਹੋਏ ਵੇ ਆ ਉਹ। ਬਾਹਰਲੇ ਮੁਲਕਾਂ ਦੇ ਵਿੱਚ ਸਿਚੁਏਸ਼ਨ ਹੈ ਜਿਹੜੀ ਉਹ ਉਲਟ ਹੈ। ਬਾਹਰਲੇ ਮੁਲਕਾਂ ਦੇ ਵਿੱਚ ਸਿੱਖ ਜਿਹੜੇ ਉਹ ਚਤੰਨ ਹੋ ਰਹੇ ਆ। ਜਿਹੜਾ ਇੱਕ ਐਵਰੇਜ 20 ਸਾਲ ਦਾ ਨੌਜਵਾਨ ਪੰਜਾਬ ਤੋਂ ਆਉਂਦਾ, ਜਿਹਨੂੰ ਪੰਜਾਬ ਦੇ ਵਿੱਚ ਬਿਤਾਏ 20 ਸਾਲਾਂ ਦੌਰਾਨ ਸਿੱਖਾਂ ਦੇ ਮਸਲੇ ਦਾ ਊੜਾ ਐੜਾ ਵੀ ਨਹੀਂ ਪਤਾ ਹੁੰਦਾ, ਉਹ 6 ਮਹੀਨਿਆਂ ਦੇ ਵਿੱਚ ਪੱਕਾ ਖਾਲਿਸਤਾਨੀ ਬਣ ਜਾਂਦਾ। ਇਹ ਗੱਲ ਸਰਕਾਰ ਨੂੰ ਸਤਾਉਂਦੀ ਹੈ ਕਿਉਂਕਿ ਸਰਕਾਰ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਤਾਂ ਪਬਲਿਕ ਸਫੀਅਰ ਨੂੰ ਕੰਟਰੋਲ ਕਰਦੀ ਹੈ, ਸਕੂਲਾਂ ਨੂੰ ਕੰਟਰੋਲ ਕਰਦੀ ਹੈ, ਕਿਹੜੀ ਗੱਲ ਤੇ ਗੱਲ ਕੀਤੀ ਜਾ ਸਕਦੀ ਹੈ, ਕਿਹੜੀ ਤੇ ਨਹੀਂ ਕੀਤੀ ਜਾ ਸਕਦੀ ਉਹਨੂੰ ਕੰਟਰੋਲ ਕਰਦੀ ਹੈ। ਗੁਰਦੁਆਰਿਆਂ 'ਚ ਕੀ ਪ੍ਰੋਗਰਾਮ ਹੋਣੇ ਆ ਉਹਦੇ ਤੇ ਵੀ ਸਰਕਾਰ ਦਾ ਕੰਟਰੋਲ ਹੈ। ਮੀਡੀਆ ਕੀ ਗੱਲ ਕਰ ਸਕਦਾ ਕੀ ਨਹੀਂ ਕਰ ਸਕਦਾ ਉਹਦੇ ਤੇ ਵੀ ਹੈ। ਸੋਸ਼ਲ ਮੀਡੀਆ ਕਿਹੜਾ ਚੱਲਣ ਦੇਣਾ ਕਿਹੜਾ ਨਹੀਂ ਚੱਲਣ ਦੇਣਾ ਇਹਦੇ ਤੇ ਵੀ ਸਰਕਾਰ ਦਾ ਕੰਟਰੋਲ ਹੈ। ਪਰ ਬਾਹਰਲੇ ਮੁਲਕਾਂ 'ਚ ਇਸ ਤਰ੍ਹਾਂ ਨਹੀਂ। ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਕੋਈ ਲੋਕ ਆਪਣੇ ਨੌਜਵਾਨ ਆਉਂਦੇ ਆ ਤਾਂ ਉਹਨਾਂ ਨੂੰ ਆਉਂਦਿਆਂ ਨੂੰ ਸਭ ਤੋਂ ਪਹਿਲਾਂ ਜਿਹੜਾ ਉਹ ਸੱਚ ਆ ਜਿਹੜਾ ਉਹਨਾਂ ਦੇ ਅੰਦਰ ਜਾਂਦਾ ਵੀ ਸਿੱਖਾਂ ਦੀ ਸਿਚੁਏਸ਼ਨ ਆ ਹੈ, ਉਹ ਚੇਤੰਨ ਹੋ ਜਾਂਦੇ ਆ। ਸੋ ਮੇਰੇ ਖਿਆਲ ਦੇ ਵਿੱਚ ਇਹ ਘਟਨਾਵਾਂ ਜਿਹੜੀਆਂ ਇਸ ਗੱਲ ਨਾਲ ਸਾਨੂੰ ਜੋੜ ਕੇ ਵੇਖਣੀਆਂ ਚਾਹੀਦੀਆਂ। ਮਤਲਬ ਜਿਹੜਾ ਅਸੌਲਟ ਆ ਤੁਸੀਂ ਕਹਿ ਸਕਦੇ ਹੋ ਕਿ ਹੁਣ ਜਿਹੜੀ ਸਿੱਖ ਕਮਿਊਨਿਟੀ ਆ ਉਹਦੇ ਉੱਤੇ ਡਾਇਰੈਕਟ ਅਸੌਲਟ ਜਿਹੜਾ ਆ ਸਟੇਟ ਕਰ ਰਹੀ ਆ। ਤਾਂ ਇਹਦੇ ਨਾਲ ਜੁੜਦਾ ਇਹ ਸਵਾਲ ਆ ਕਿ ਤੁਸੀਂ ਇਹ ਗੱਲ ਕੀਤੀ ਕਿ ਜਿਹੜੀ ਐਜੂਕੇਸ਼ਨ ਆ ਕਮਿਊਨਿਟੀ ਦੀ ਆਪਣੇ ਰਾਈਟਸ ਨੂੰ ਲੈ ਕੇ ਉਹ ਜਦੋਂ ਵਿਦੇਸ਼ਾਂ ਵਿੱਚ ਆਉਂਦੇ ਆ ਤਾਂ ਵਾਧੇ ਚੇਤੰਨ ਹੋ ਜਾਂਦੇ ਆ। ਤਾਂ ਜਿਹੜੀ ਮਾਈਗ੍ਰੇਸ਼ਨ ਦਾ ਵੱਡਾ ਸਵਾਲ ਹੁਣ ਪੰਜਾਬ ਦੇ ਵਿੱਚ ਹੋ ਰਿਹਾ ਹੈ ਕਿ ਉੱਥੇ ਗੱਲ ਕੀਤੀ ਜਾ ਰਹੀ ਹੈ ਕਿ ਪੰਜਾਬ ਖਾਲੀ ਹੋ ਰਿਹਾ ਤੇ ਇੱਧਰ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਯੂਥ ਆ ਉਹ ਆ ਕੇ ਚੇਤੰਨ ਹੋ ਰਿਹਾ। ਤਾਂ ਇਹ ਸਿਚੁਏਸ਼ਨ ਨੂੰ ਤੁਸੀਂ ਕਿੱਦਾਂ ਦੇਖ ਰਹੇ ਹੋ? ਮਤਲਬ ਇਹਦੇ ਪਿੱਛੇ ਇੱਕ ਤਾਂ ਜਿਹੜਾ ਰੋਣਾ ਰੋਇਆ ਜਾਂਦਾ ਕਿ ਪੰਜਾਬ ਖਾਲੀ ਹੋ ਰਿਹਾ, ਉਹੀ ਇੱਕ ਸੱਚ ਹੈ ਜਾਂ ਦੂਜੇ ਪਾਸੇ ਪੋਸੀਬਿਲਿਟੀਜ਼ ਵੀ ਤੁਸੀਂ ਦੇਖ ਰਹੇ ਹੋ? ਦੇਖੋ, ਪੁਰਾਤਨ ਇਤਿਹਾਸ ਦੇ ਵਿੱਚ ਇੱਕ ਸਾਖੀ ਆਉਂਦੀ ਹੈ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦੇ ਬਚਨ ਨੇ ਕਿ ਉਹ ਕਹਿੰਦੇ ਵੀ ਇੱਕ ਵਾਰੀ ਤਾਂ ਸਿੱਖ ਬਹੁਤ ਬੁਰੇ ਹਾਲਾਤਾਂ ਦੇ ਵਿੱਚ ਫਸ ਜਾਣਗੇ, ਸਿੱਖਾਂ ਦੀ ਤਾਕਤ ਹੈ ਜਿਹੜੀ ਬਿਲਕੁਲ ਖਤਮ ਹੋ ਜਾਊਗੀ, ਸਿੱਖਾਂ ਦੇ ਵਿੱਚ। ਫਿਰ ਉਹ ਕਹਿੰਦੇ ਵੀ ਪੱਛਮ ਦੇ ਵਿੱਚੋਂ ਖਾਲਸਾ ਉੱਠੂਗਾ ਤੇ ਉਹ ਪੂਰਬ ਤੇ ਜਿੱਤ ਪ੍ਰਾਪਤ ਕਰ ਲਊਗਾ।
ਸੋ ਇਹ ਬਚਨ ਆ ਜਿਹੜੇ ਇਹਨਾਂ ਨੇ ਮੈਨੂੰ ਇੱਕ ਤੁਸੀਂ ਕਹ ਲਓ ਵੀ ਧਰਵਾਸ ਬਖਸ਼ਿਆ ਕਿ ਇਹ ਬਚਨ ਪੂਰੇ ਹੋਣਗੇ ਇੱਕ ਦਿਨ, ਤੇ ਹਾਲਾਤ ਵੀ ਇੱਧਰ ਨੂੰ ਜਾ ਰਹੇ ਆ। ਪਰ ਜੇ ਦਿਮਾਗ ਨਾਲ ਸੋਚੀਏ, ਜੇ ਆਪਾਂ ਆਪਦੀ ਸੋਚ ਤੇ ਮੈਂ ਚੱਲਾਂ, ਕੈਲਕੂਲੇਸ਼ਨ ਕਰਾਂ, ਕੈਲਕੂਲੇਸ਼ਨ ਦੇ ਹਿਸਾਬ ਨਾਲ ਕੁਝ ਨਹੀਂ ਦਿਸਦਾ। ਪਰ ਕੈਲਕੂਲੇਸ਼ਨ ਆਮ ਕਰਕੇ ਇਤਿਹਾਸ ਗਲਤ ਕਰ ਦਿੰਦਾ, ਕਿਉਂਕਿ ਇਤਿਹਾਸ ਦੇ ਵਿੱਚ ਨਾ ਬਹੁਤ ਅਣਕਿਆਸੇ ਮੋੜ ਆਉਂਦੇ ਆ। ਸੋ ਬੰਦੇ ਦੀ ਦਿਮਾਗੀ ਸਮਰੱਥਾ ਜਿਹੜੀ ਉਹ ਸੀਮਤ ਹੈ। ਜੇ ਮੈਂ ਇੱਥੇ ਇਮਾਨਦਾਰੀ ਨਾਲ ਕੋਈ ਤਰਕ ਦੇਣਾ ਹੋਵੇ ਵੀ ਐਂ ਕਰਕੇ ਤੇ ਐਂ ਹੋ ਜਾਊਗਾ, ਫਿਰ ਤਾਂ ਮੇਰੇ ਕੋਲ ਹੈ ਨਹੀਂਗਾ। ਪਰ ਸਾਰਾ ਇਤਿਹਾਸ ਜਿੰਨਾ ਕੁ ਪਿਛਲੇ 5000 ਸਾਲ ਦਾ ਮਨੁੱਖਤਾ ਦਾ ਇਤਿਹਾਸ ਪੜ੍ਹਿਆ ਮੈਂ, ਉਹਦੇ ਵਿੱਚ ਵਾਰ-ਵਾਰ ਇਹ ਵਾਪਰਦਾ ਵੇਖਿਆ ਕਿ ਜੋ ਕੁਛ ਸੋਚਿਆ ਵੀ ਨਹੀਂ ਸੀ ਕਿਸੇ ਨੇ, ਉਹ ਵਾਪਰ ਗਿਆ। ਸੋ ਮੇਰੇ ਖਿਆਲ 'ਚ ਇਸ ਸਥਿਤੀ ਦੇ ਵਿੱਚ ਵੀ ਕਿਆਸਿਆ ਮੋੜ ਆ ਜਿਹੜਾ ਉਹ ਆਊਗਾ, ਤੇ ਪੱਛਮ ਦੇ ਵਿੱਚ ਆ ਕੇ ਜਿਹੜੇ ਸਿੱਖ ਇੰਪਾਵਰ ਹੋਏ ਆ ਵੱਖੋ ਵੱਖਰੇ ਤਰੀਕਿਆਂ ਨਾਲ, ਮਾਨਸਿਕ ਤੌਰ ਤੇ ਵੀ, ਆਰਥਿਕ ਤੌਰ ਤੇ ਵੀ, ਰਾਜਨੀਤਿਕ ਤੌਰ ਤੇ ਵੀ, ਉਹ ਇੰਪਾਵਰਮੈਂਟ ਆ ਜਿਹੜੀ ਉਹ ਸ਼ਾਇਦ ਉਹਦੇ ਤੋਂ ਵੀ ਸਰਕਾਰ ਡਰੀ ਹੋਈ ਹੈ, ਤੇ ਉਹਦੇ ਪੰਜਾਬ ਦੇ ਆਉਣ ਵਾਲੇ ਇਤਿਹਾਸ ਤੇ ਵੀ ਅਸਰ ਪਊਗਾ। ਤੇ ਜਿਹੜੀ ਪੱਛਮ ਦੇ ਵਿੱਚ ਅਸੀਂ ਗੱਲ ਕਰੀਏ ਤਾਂ ਪੱਛਮ ਦੀ ਜਿਹੜੀ ਸੁਸਾਇਟੀ ਆ ਉਹਦਾ ਇੱਕ ਅਹਿਮ ਕਰੈਕਟਰ ਆ ਯੂਐਸ ਦੇ ਫਾਰਮਰ ਪ੍ਰੈਜ਼ੀਡੈਂਟ ਬਰਾਕ ਓਬਾਮਾ। ਉਹਨਾਂ ਦੀ ਪਿਛਲੇ ਦਿਨੀ ਇਹ ਸਟੇਟਮੈਂਟ ਆਈ ਕਿ ਇੰਡੀਆ ਜਿਹੜਾ ਆ, ਜੇ ਇਹੀ ਹਾਲਾਤ ਰਹੇ ਜਿਵੇਂ ਉੱਥੇ ਮਾਈਨੋਰਿਟੀਜ਼ ਨਾਲ ਜਾਂ ਐਥਨਿਕ ਨੈਸ਼ਨੈਲਿਟੀਜ਼ ਦੇ ਨਾਲ ਜਿਵੇਂ ਧੱਕਾ ਹੋ ਰਿਹਾ, ਤਾਂ ਇੰਡੀਆ ਛੇਤੀ ਟੁੱਟ ਜਾਵੇਗਾ। ਤਾਂ ਤੁਸੀਂ ਉਸ ਸਟੇਟਮੈਂਟ ਨੂੰ ਕਿਵੇਂ ਦੇਖਦੇ ਹੋ? ਉਹ ਸਟੇਟਮੈਂਟ ਨੂੰ ਬਹੁਤ ਸੀਰੀਅਸਲੀ ਲੈਣ ਦੀ ਲੋੜ ਆ। ਉਹ ਇੱਕ ਕਿਸਮ ਦਾ ਤੁਸੀਂ ਕਹਿ ਲਓ ਵੀ ਵੇਲਡ ਥ੍ਰੈਟ ਹੀ ਹੈ ਇੰਡੀਆ ਨੂੰ, ਬਿਕੋਜ਼ ਉਹ ਇੰਟਰਵਿਊ ਜਿਹੜੀ ਉਹ ਸਧਾਰਨ ਨਹੀਂ ਗੀ। ਉਹ ਇੰਟਰਵਿਊ ਕਿਉਂਕਿ ਅੱਜ ਕੱਲ ਅਮਰੀਕਾ ਦੇ ਵਿੱਚ ਡੈਮੋਕ੍ਰੈਟਿਕ ਪਾਰਟੀ ਦੀ ਸਰਕਾਰ ਆ, ਓਬਾਮਾ ਵੀ ਡੈਮੋਕ੍ਰੈਟਿਕ ਪਾਰਟੀ ਵੱਲੋਂ ਪ੍ਰੈਜ਼ੀਡੈਂਟ ਰਹੇ ਆ। ਸੋ ਉਹਨਾਂ ਨੇ ਮੋਦੀ ਦੀ ਫੇਰੀ ਦੌਰਾਨ ਉਹ ਇੰਟਰਵਿਊ ਕੀਤੀ, ਉਹਦੀ ਟਾਈਮਿੰਗ ਤੇ ਹੋਰ ਸਾਰਾ ਕੁਛ ਆ ਜਿਹੜਾ ਉਹ ਇੱਕ ਕਿਸਮ ਦਾ ਜੁੜਿਆ ਹੋਇਆ ਇੱਕ ਦੂਜੇ ਨਾਲ, ਨਾਰਮਲ ਨਹੀਂ ਗੱਲ ਇਹ। ਮੈਂ ਇਹ ਗੱਲ ਸਮਝਦਾ ਹਾਂ ਕਿ ਉਹਨਾਂ ਦੀ ਗੱਲ ਦੇ ਪਿੱਛੇ ਇੰਡੀਆ ਨੂੰ ਇਹ ਸੁਨੇਹਾ ਹੈ ਅਮਰੀਕਾ ਵੱਲੋਂ ਕਿ ਤੁਸੀਂ ਬੰਦੇ ਬਣ ਕੇ ਚੱਲੋ, ਨਹੀਂ ਤਾਂ ਫਿਰ ਗੜਬੜ ਹੋ ਜੂਗੀ। ਇੱਕ ਕਿਸਮ ਦਾ ਧਮਕੀ ਹੈ ਇਹ। ਸੋ ਡਿਪੈਂਡ ਕਰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਇੰਡੀਆ ਦੇ ਰਿਲੇਸ਼ਨ ਅਮਰੀਕਾ ਨਾਲ ਕਿਹੋ ਜਿਹੇ ਰਹਿੰਦੇ ਆ, ਤੇ ਅਮਰੀਕਾ ਵੱਲੋਂ ਕੀ ਮੂਵਸ ਲਾਈਆਂ ਜਾਂਦੀਆਂ। ਸੋ ਉਹ ਆਪਾਂ ਨੂੰ ਵੇਖਣਾ ਪਊਗਾ ਹਜੇ। ਬਿਲਕੁਲ। ਰਵਸ਼ਨਵੀਰ ਸਿੰਘ, ਇੱਕ ਇਹਦੇ ਨਾਲ ਜੁੜਦਾ ਹੋਰ ਸਵਾਲ ਆ ਕਿ ਜਿਹੜਾ ਅਸੌਲਟ ਆ ਸਿੱਖਾਂ ਦੀ ਸਟਰਗਲ ਕੰਟੀਨਿਊ ਆ। ਇਹ ਗੱਲ ਦੇ ਉੱਤੇ ਇਸ ਗੱਲ ਨੇ ਮੋਹਰ ਲਾਤੀ ਆ ਕਿ ਜਿਹੜੀ ਸੋਵਰੈਨਿਟੀ ਦੀ ਸਟਰਗਲ ਆ ਉਹ ਕੰਟੀਨਿਊ ਆ, ਕਿਉਂਕਿ ਇੰਡੀਅਨ ਸਟੇਟ ਰਿਐਕਟ ਕਰ ਰਹੀ ਆ ਤੇ ਐਲੀਮੀਨੇਸ਼ਨਸ ਕਰ ਰਹੀ ਆ। ਪਰ ਇਸ ਦੇ ਨਾਲ ਜੁੜਿਆ ਇੱਕ ਵੱਡਾ ਸਵਾਲ ਆ ਕਿ ਸਿੱਖ ਪੋਲਿਟਿਕਸ ਦਾ ਜਿਹੜਾ ਧੁਰਾ ਆ ਅਕਾਲ ਤਖਤ ਸਾਹਿਬ ਦੀ ਜਿਹੜੀ ਸੋਵਰੈਨਿਟੀ ਆ ਜਾਂ ਹਸਤੀ ਆ, ਉਹਦੇ ਤੇ ਬੜੀ ਡਿਸਕਸ਼ਨ ਅੱਜ ਕੱਲ੍ਹ ਸਿੱਖ ਕਮਿਊਨਿਟੀ 'ਚ ਹੋ ਰਹੀ ਆ। ਪਿਛਲੇ ਦਿਨ ਇੱਕ ਇਕੱਤਰਤਾ ਵੀ ਜਿਹੜੀ ਆ ਵੱਡੀ ਸੱਦੀ ਗਈ ਆ ਕਿ ਉਸ ਦੇ ਉੱਤੇ ਜਥੇਦਾਰ ਦੀ ਜਿਹੜੀ ਇਲੈਕਸ਼ਨ ਆ ਜਾਂ ਸਿਲੈਕਸ਼ਨ ਆ ਉਹਦੇ ਵਿਧੀ ਵਿਧਾਨ ਕੀ ਹੋਵੇ ਜਾਂ ਕਿਵੇਂ ਹੋਵੇ। ਤਾਂ ਤੁਸੀਂ ਵੀ ਉਹ ਇਕੱਤਰਤਾ ਦੇਖੀ ਹੋਣੀ ਆ, ਉਹਦੇ ਵਿੱਚ ਇੱਕ ਗੁਰਮਤਾ ਜਿਵੇਂ ਪਕਾਇਆ ਗਿਆ। ਤਾਂ ਤੁਸੀਂ ਕੀ ਸਮਝ ਰਹੇ ਹੋ ਕਿ ਜਿਹੜਾ ਇੱਕ ਵੱਡੀ ਡਿਬੇਟ ਹੁਣ ਸ਼ੁਰੂ ਹੋ ਗਈ ਆ ਕਿ ਪਹਿਲਾਂ ਪੰਥ ਆਜ਼ਾਦ ਹੋਵੇ ਤਾਂ ਅਕਾਲ ਤਖਤ ਸਾਹਿਬ ਆਜ਼ਾਦ ਹੋ ਸਕਦਾ, ਜਾਂ ਪਹਿਲਾਂ ਅਕਾਲ ਤਖਤ ਸਾਹਿਬ ਆਜ਼ਾਦ ਹੋਵੇ ਤਾਂ ਪੰਥ ਆਜ਼ਾਦ ਹੋ ਸਕਦਾ? ਤੁਸੀਂ ਐਜ਼ ਅ ਐਕੈਡੈਮਿਕ, ਜਿੱਦਾਂ ਤੁਸੀਂ ਪੜ੍ਹਿਆ ਹੁਣ ਤੱਕ, ਤੁਸੀਂ ਕੀ ਸਮਝਦੇ ਹੋ ਇਹਦੇ ਬਾਰੇ? ਦੇਖੋ, ਜਿਹੜੀ ਮੈਂ ਪਿਛਲੇ 25 ਸਾਲਾਂ ਦੌਰਾਨ ਐਕਟਿਵਲੀ ਸਿੱਖ ਪੋਲਿਟਿਕਸ ਦੇ ਵਿੱਚ ਇਨਵੋਲਵਡ ਆ, ਇਕੱਤਰਤਾਵਾਂ ਹੁੰਦੀਆਂ, ਪਰ ਇਕੱਤਰਤਾ ਬਾਰੇ ਨਾ ਬਹੁਤ ਵਾਰੀ ਪਹਿਲਾਂ ਵੀ ਹੋਈਆਂ ਇਕੱਤਰਤਾਵਾਂ। ਪਰ ਇਕੱਤਰਤਾ ਬਾਰੇ ਮੈਂ ਇੱਕ ਗੱਲ ਇਹ ਕਹਿਣੀ ਚਾਹੁੰਦਾ ਹਾਂ ਵੀ ਕਿਸੇ ਇਕੱਤਰਤਾ ਦੇ ਕੋਈ ਅਰਥ ਨਹੀਂ ਗੇ ਜਿੰਨਾ ਚਿਰ ਉਸ ਧਿਰ ਦੀ ਪੰਜਾਬ ਦੇ ਵਿੱਚ ਗਰਾਊਂਡ ਤੇ ਪਕੜ ਨਹੀਂ, ਉਹਨਾਂ ਚਿਰ ਇਕੱਤਰਤਾ ਕਿਤੇ ਨਹੀਂ ਜਾਂਦੀ। ਆਪਾਂ ਜਿੰਨੇ ਮਰਜ਼ੀ ਮਤੇ ਪਾਸ ਕਰੀ ਜਾਈਏ, ਆਪਾਂ ਜੋ ਮਰਜ਼ੀ ਜਿੰਨੀਆਂ ਮਰਜ਼ੀ ਚੰਗੀਆਂ ਗੱਲਾਂ ਕਰ ਦਈਏ, ਜਿੰਨਾ ਚਿਰ ਗਰਾਊਂਡ ਤੇ ਸਾਡੀ ਪਕੜ ਨਹੀਂ ਗਈ, ਉਹਨਾਂ ਚਿਰ ਅਸੀਂ ਉਹਨੂੰ ਲਾਗੂ ਕਿਵੇਂ ਕਰ ਸਕਦੇ ਹਾਂ? ਸੋ ਮੈਂ ਤਾਂ ਇਹੀ ਮੰਨਦਾ, 20 ਸਾਲ ਪਹਿਲਾਂ ਵੀ ਮੈਂ ਇਹੀ ਮੰਨਦਾ ਸੀ ਬਈ ਬਹੁਤ ਵੱਡੀ ਗੱਲ ਕਰਨ ਦੀ ਬਜਾਏ ਛੋਟੇ ਛੋਟੇ ਸਟੈਪਸ ਰਾਹੀਂ ਗਰਾਊਂਡ ਤੇ ਪਕੜ ਵਧਾਉਣੀ ਚਾਹੀਦੀ ਹੈ, ਲੋਕਾਂ ਦੇ ਵਿੱਚ ਆਪਦੀ ਥਾਂ ਬਣਾਉਣੀ ਚਾਹੀਦੀ ਹੈ। ਜਦੋਂ ਲੋਕ ਤੁਹਾਡੇ ਨਾਲ ਨਹੀਂ ਗਏ, ਜਿਵੇਂ ਉਸ ਇਕੱਤਰਤਾ ਦੇ ਵਿੱਚ ਵੀ ਜਿੰਨਾ ਭਰਵਾਂ ਇਕੱਠ ਹੋਣਾ ਚਾਹੀਦਾ ਸੀ ਉਹਨਾਂ ਹੈ ਨਹੀਂ ਸੀਗਾ। ਦੂਜੀ ਗੱਲ ਇਹ ਹੈ ਵੀ ਇਕੱਤਰਤਾ ਦਾ ਗੁਰਮਤਾ ਜਿਹੜਾ ਉਹਦੇ ਵਿੱਚ ਇਹ ਦੱਸਿਆ ਗਿਆ ਹੈ ਵੀ ਉਹਦੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਸ੍ਰੀ ਅਕਾਲ ਤਖਤ ਸਾਹਿਬ ਦੀ ਪ੍ਰਬੰਧਕੀ ਜਿਹੜਾ ਜਥਾ ਹੈ ਉਹਦੇ ਵਿੱਚ ਸ਼ਾਮਲ ਜਿਹੜੇ ਸੱਜਣ ਹੋਣਗੇ ਉਹਨਾਂ ਦੀ ਸ਼ਖਸੀਅਤ ਕਿਹੋ ਜਿਹੀ ਹੋਣੀ ਚਾਹੀਦੀ ਹੈ। ਇਹ ਉਹਦਾ
ਕੁਝ ਗੱਲਾਂ ਤੇ ਕੁਝ ਲੋਕਾਂ ਨੂੰ ਇਤਰਾਜ਼ ਹੈ ਕਿ ਉਹ ਜ਼ਿਆਦਾ ਸਵੀਅਰ ਨੇ, ਜਿਵੇਂ ਪਰਿਵਾਰ ਦੀ ਜ਼ਿੰਮੇਵਾਰੀ ਤੋਂ ਪੂਰੀ ਤਰ੍ਹਾਂ ਮੁਕਤ ਹੋਵੇ, ਕੋਈ ਨੌਕਰੀ ਨਾ ਕਰਦਾ ਹੋਵੇ ਜਾਂ ਕੋਈ ਹੋਰ ਇਹੋ ਜਿਹੀਆਂ ਗੱਲਾਂ। ਪਰ ਮੋਸਟਲੀ ਠੀਕ ਹੈ, ਇਹ ਗੱਲ ਮੈਂ ਮੰਨਦਾ ਵੀ ਸਾਫ਼ ਸੁਥਰੀ ਸ਼ਖਸੀਅਤ ਹੋਣੀ ਚਾਹੀਦੀ ਹੈ, ਬੇਕਰਜ਼ ਹੋਣਾ ਚਾਹੀਦਾ, ਲਾਲਚ ਨਹੀਂ ਹੋਣਾ ਚਾਹੀਦਾ, ਉਹ ਸਾਰੀਆਂ ਗੱਲਾਂ ਠੀਕ ਹੈ। ਪਰ ਇੰਨਾ ਕਾਫੀ ਨਹੀਂ ਨਾ, ਉਹਦੇ ਵਾਸਤੇ ਕੋਈ ਆਪਾਂ ਨੂੰ ਹੋਰ ਸਟੈਪ, ਬਹੁਤੇ ਲੋਕੀ ਆ ਜਿਹੜੇ ਉਹ ਆਸ ਕਰਦੇ ਸੀਗੇ ਵੀ ਕੋਈ ਹੋਰ ਕੰਕਰੀਟ ਗੱਲਾਂ ਜਿਹੜੀਆਂ ਉਹ ਕੀਤੀਆਂ ਜਾਣ। ਸਿਰਫ ਇਹ ਕਹਿਣਾ ਕਿ ਉਹਦੀ ਸ਼ਖਸੀਅਤ ਬਹੁਤ ਉੱਚੀ ਸੁੱਚੀ ਹੋਵੇ, ਇਹ ਤਾਂ ਆਪਾਂ ਸਾਰੇ ਜਾਣਦੇ ਹਾਂ ਤੇ ਮੰਨਦੇ ਵੀ ਹਾਂ। ਕੋਈ ਮੈਨੂੰ ਲੱਗਦਾ ਨਹੀਂ ਕੋਈ ਸਿੱਖ ਜਿਹੜਾ ਇਹ ਕਹੂਗਾ ਵੀ ਅਕਾਲ ਤਖਤ ਸਾਹਿਬ ਦਾ ਪ੍ਰਬੰਧਕੀ ਜਥਾ ਜਿਹੜਾ ਉਹਦੀ ਸ਼ਖਸੀਅਤ ਹੈ ਜਿਹੜੀ ਉਹਦੇ 'ਚ ਕੋਈ ਊਣ ਹੋਣੀ ਚਾਹੀਦੀ ਹੈ, ਉਹਦੇ 'ਚ ਕੋਈ ਘਾਟ ਹੋਣੀ ਚਾਹੀਦੀ ਹੈ। ਨੋ, ਉਹਦੀ ਸ਼ਖਸੀਅਤ ਆਫ ਕੋਰਸ ਉੱਚੀ ਸੁੱਚੀ ਹੋਣੀ ਚਾਹੀਦੀ ਹੈ, ਇਹਦੇ 'ਚ ਕੋਈ ਸ਼ੱਕ ਨਹੀਂ ਗਾ। ਪਰ ਕਰੂਸ਼ੀਅਲ ਕੁਐਸਚਨ ਤਾਂ ਇਹ ਹੈ ਕਿ ਉਹਨੂੰ ਲਾਗੂ ਕਿਵੇਂ ਕਰਨਾ ਉਸ ਸਿਸਟਮ ਨੂੰ। ਉੱਥੇ ਸਾਡੇ ਕੋਲ ਤਾਂ ਕੋਈ ਤਾਕਤ ਨਹੀਂ ਗੀ, ਨਾ ਸਾਡੇ ਕੋਲ ਰਾਜਨੀਤਿਕ ਤਾਕਤ ਹੈ, ਨਾ ਜਿਹੜੀਆਂ ਧਾਰਮਿਕ ਸੰਸਥਾਵਾਂ ਉਹਨਾਂ ਤੇ ਸਾਡੇ ਕੋਲ ਤਾਕਤ ਹੈ, ਨਾ ਜਿਹੜੀਆਂ ਧਾਰਮਿਕ ਸੰਸਥਾਵਾਂ ਦੇ ਜਿਹੜੇ ਨੁਮਾਇੰਦੇ ਚੁਣੇ ਜਾਂਦੇ ਆ ਸ਼੍ਰੋਮਣੀ ਕਮੇਟੀ ਦੇ ਜਿਵੇਂ ਵੋਟਾਂ ਰਾਹੀਂ, ਨਾ ਇਹ ਚਾਂਸ ਹੈ ਹਾਲ ਦੀ ਘੜੀ ਕਿ ਉਹ ਵੋਟਾਂ ਦੇ ਵਿੱਚ ਕੋਈ ਪੰਥਕ ਧਿਰ ਜਿੱਤ ਕੇ ਆ ਸਕਦੀ ਹੈ। ਹੁਣ ਸਥਿਤੀ ਤਾਂ ਇਸ ਹੱਦ ਤੱਕ ਖਰਾਬ ਹੈ ਕਿ ਜਦੋਂ ਬਾਦਲ ਦਲ ਬਿਲਕੁਲ ਖਤਮ ਹੋਣ ਦੇ ਕੰਢੇ ਹੈ, ਜੇ ਅੱਜ ਸ਼੍ਰੋਮਣੀ ਕਮੇਟੀ ਦੀ ਵੋਟ ਹੋ ਜਾਵੇ ਤੇ ਅੱਜ ਵੀ ਮੈਨੂੰ ਲੱਗਦਾ ਵੀ ਉਹਨਾਂ ਤੋਂ ਪੰਥਕ ਧਿਰਾਂ ਤੋਂ ਜਿੱਤਿਆ ਨਹੀਂ ਜਾਣਾ ਬਾਦਲ ਤੋਂ। ਸੋ ਇੰਨੀ ਸਥਿਤੀ ਖਰਾਬ ਆ, ਗਰਾਊਂਡ ਤੇ ਇੰਨਾ ਸਾਡਾ ਘੱਟ ਹੋਲਡ ਆ। ਤੇ ਫਿਰ ਰਾਹ ਕੀ ਆ ਪ੍ਰੋਫੈਸਰ ਰਣਵੀਰ ਸਿੰਘ? ਇਹ ਹਾਲਾਤ ਜਿਹੜੇ ਆਪਾਂ ਸਾਹਮਣੇ ਦੇਖ ਰਹੇ ਆ ਕਿ ਪੰਜਾਬ ਦੀ ਜਿਹੜੀ ਰੀਜਨਲ ਪੋਲਿਟਿਕਸ ਆ ਉਹਦੇ ਵਿੱਚ ਸਿੱਖ ਮਨਫੀ ਹੋ ਰਹੇ ਨੇ, ਸਿੱਖਾਂ ਦੀ ਕੋਈ ਧਿਰ ਨਹੀਂ ਨਜ਼ਰ ਆਉਂਦੀ, ਤੇ ਗੁਰਦੁਆਰਾ ਪ੍ਰਬੰਧ ਜਿਹੜਾ ਆ ਉਹ ਇੰਨੇ ਸਵਾਲਾਂ ਦੇ ਘੇਰੇ 'ਚ ਘਿਰਿਆ ਹੋਇਆ। ਅਕਾਲ ਤਖਤ ਸਾਹਿਬ ਦੀ ਹਸਤੀ ਜਿਹੜੀ ਆ ਉਹੀ ਮਤਲਬ ਉਹ ਸਾਰਾ ਜਿਹੜਾ ਸਿਸਟਮ ਆ ਉਹ ਡਾਵਾਡੋਲ ਹੋਇਆ ਪਿਆ। ਫਿਰ ਸਿੱਖਾਂ ਦੇ ਲਈ, ਸਿੱਖ ਯੂਥ ਦੇ ਲਈ ਕੀ ਆ, ਬਚਦਾ ਕੀ ਆ? ਦੇਖੋ, ਮੈਂ ਤਾਂ ਸ਼ੁਰੂ ਤੋਂ ਇੱਕ ਗੱਲ ਤੇ ਤੁਸੀਂ ਕਹਿ ਲਓ ਵੀ ਖੜਿਆ ਹੋਇਆ, ਉਹ ਇਹ ਹੈ ਕਿ ਕੋਈ ਵੀ ਲਹਿਰ ਹੈ ਜਿਹੜੀ ਉਹਦੀ ਜਿੱਤ ਬਾਅਦ 'ਚ ਹੁੰਦੀ ਆ, ਪਹਿਲਾਂ ਉਹਦੇ ਵਿਚਾਰ ਦੀ ਜਿੱਤ ਹੁੰਦੀ ਹੈ। ਜਿਹੜਾ ਸਿੱਖਾਂ ਦਾ ਨਾ ਪਬਲਿਕ ਜਿਹੜੀ ਜਨਤਕ ਚੇਤਨਾ ਹੈ ਉਹਦੇ ਵਿੱਚੋਂ ਕੁਝ ਤਾਕਤਾਂ ਸਿੱਖੀ ਦੇ ਵਿਚਾਰ ਨੂੰ ਉਖਾੜਨ ਦੇ ਵਿੱਚ ਕਾਮਯਾਬ ਹੋ ਗਈਆਂ। ਜਿਵੇਂ ਲੈਫਟ ਸਰਕਾਰ ਤੇ ਲੈਫਟ ਆ ਜਿਹੜੇ ਉਹ ਸਿੱਖਾਂ ਦੇ ਮਸਲੇ 'ਚ ਇੱਕ ਹੀ ਰਹੇ ਆ। ਉਹਨਾਂ ਨੇ ਜਿਹੜੀ ਸਿੱਖ ਪੋਜੀਸ਼ਨ ਕੁਐਸਚਨ ਕਰਤੀ ਵੀ ਜਿਹੜੀ ਸਿੱਖੀ ਦੀ ਗੱਲ ਕਰਨੀ ਉਹ ਕਮਿਊਨਲ ਆ, ਉਹਦੇ ਨਾਲ ਇੱਕ ਖਾਸ ਵਰਗ ਸਿੱਖਾਂ ਦੇ ਉਲਟ ਭੁਗਤ ਗਿਆ। ਉਹ ਖਾਸ ਵਰਗ ਕੌਣ ਸੀ? ਉਹ ਖਾਸ ਵਰਗ ਉਹ ਸੀ ਜਿਹਨੇ ਇੱਕ ਹੱਦ ਤੱਕ ਉੱਚ ਜਿਹੜੀ ਵਿਦਿਆ ਉਹਦੇ ਰਾਹੀਂ ਬਿਰਤਾਂਤ ਸਿਰਜਣ ਦੀ ਮੁਹਾਰਤ ਹਾਸਲ ਕੀਤੀ ਹੋਈ ਸੀ। ਭਾਵੇਂ ਉਹ ਬਿਰਤਾਂਤ ਸਾਹਿਤ ਦੇ ਰੂਪ ਦੇ ਵਿੱਚ ਹੋਵੇ, ਭਾਵੇਂ ਉਹ ਬਿਰਤਾਂਤ ਆ ਜਿਹੜਾ ਉਹ ਸਿੱਧੀ ਪੋਲੀਟੀਕਲ ਕਮੈਂਟਰੀ ਜਾਂ ਇਤਿਹਾਸ ਦੀ ਲੇਖਣੀ ਦੇ ਰੂਪ ਦੇ ਵਿੱਚ ਹੋਵੇ। ਹੁਣ ਇੱਥੇ ਸਿੱਖਾਂ ਤੋਂ ਜਿਹੜੀ ਵੱਡੀ ਗਲਤੀ ਇਹ ਹੋ ਗਈ ਵੀ ਇੱਕ ਤਾਂ ਮੈਂ ਸਿੱਖਾਂ ਦਾ ਜਿਹੜਾ ਸਾਂਝਾ ਸੁਭਾਅ ਹੈ ਉਹਦੇ ਵਿੱਚ ਇੱਕ ਦੋ ਗੱਲਾਂ ਜਿਹੜੀਆਂ ਮੈਂ ਆਇਡੈਂਟੀਫਾਈ ਕੀਤੀਆਂ। ਇੱਕ ਤਾਂ ਇਹ ਹੈ ਵੀ ਜਦੋਂ ਸਥਿਤੀ ਸਾਡੇ ਵਿਰੁੱਧ ਜਾ ਰਹੀ ਹੁੰਦੀ ਹੈ, ਬਹੁਤੇ ਬੰਦੇ ਆ ਜਿਹੜੇ ਉਹਨਾਂ ਦਾ ਵਿਚਾਰ ਇਹ ਹੁੰਦਾ ਵੀ ਉਹਨੂੰ ਐਕਨੋਲੇਜ ਨਹੀਂ ਕਰਦੇ। ਜਿਵੇਂ ਜਦੋਂ ਅਸੀਂ ਕਹਿੰਦੇ ਵੀ ਆਹ ਗਲਤ ਹੋ ਗਿਆ ਜੀ, ਆਹ ਆਪਣੇ ਵਿਰੁੱਧ ਹੋ ਗਿਆ ਜੀ, ਆਹ ਇੱਥੇ ਆਪਣਾ ਨੁਕਸਾਨ ਹੋ ਗਿਆ, ਉਹ ਨੁਕਸਾਨ ਨੂੰ ਐਕਨੋਲੇਜ ਨਹੀਂ ਕਰਦੇ। ਆਮ ਬੰਦਾ ਉਹ ਕਹਿੰਦਾ ਨਹੀਂ ਚੜ੍ਹਦੀ ਕਲਾ ਦੀ ਗੱਲ ਕਰੋ, ਇਹ ਗੱਲ ਨਾ ਕਰੋ। ਮੈਂ ਕਹਿੰਦਾ ਵੀ ਇਹ ਸਗੋਂ ਚੜ੍ਹਦੀ ਕਲਾ ਨਹੀਂ, ਇਹ ਢਹਿੰਦੀ ਕਲਾ। ਜਦੋਂ ਤੁਸੀਂ ਆਪਦੀ ਕਮਜ਼ੋਰੀ, ਆਪਦੇ ਸਰੀਰ ਤੇ ਵੱਜੀ ਸੱਟ ਨੂੰ ਇਗਨੋਰ ਕਰਦੇ ਆ, ਖਾਮੀ ਚ ਰਹੇ ਆ। ਕਿਉਂ? ਕਿਉਂਕਿ ਤੁਹਾਨੂੰ ਉਹਨੂੰ ਵੇਖਣ ਤੋਂ ਡਰ ਲੱਗਦਾ। ਅਸਲ ਦੇ ਵਿੱਚ ਢਹਿੰਦੀ ਕਲਾ, ਪਰ ਇਹਨੂੰ ਨਾਂ ਜਿਹੜਾ ਚੜ੍ਹਦੀ ਕਲਾ ਦਾ ਦਿੱਤਾ ਜਾਂਦਾ। ਸੋ ਮੇਰੇ ਖਿਆਲ ਤਾਂ ਐਕਨੋਲੇਜ ਕਰਨਾ ਚਾਹੀਦਾ ਜਿੱਥੇ ਸਾਡਾ ਜਿਹੜੀ ਗੱਲ ਤੇ ਨੁਕਸਾਨ ਹੋ ਗਿਆ, ਜਿੱਥੇ ਸਾਡੀ ਹਾਰ ਹੋ ਗਈ, ਜਿੱਥੇ ਸਾਡੇ ਸਿਰ ਗੋਲ ਚੜ ਗਿਆ। ਮੰਨ ਲਓ ਦੋ ਟੀਮਾਂ ਫੁੱਟਬਾਲ ਦਾ ਮੈਚ ਖੇਡ ਰਹੀਆਂ ਤੇ ਉਹ ਗੋਲ ਨੂੰ ਨਾ ਮੰਨਣ ਨਾਲ ਤਾਂ ਕੁਝ ਨਹੀਂ ਹੋਣਾਗਾ ਨਾ। ਤੁਹਾਡੇ ਤੇ ਗੋਲ ਹੋ ਗਿਆ ਤਾਂ ਹੋ ਗਿਆ, ਤੁਹਾਡਾ ਨੁਕਸਾਨ ਹੋ ਗਿਆ ਤਾਂ ਹੋ ਗਿਆ, ਤੁਹਾਨੂੰ ਮੰਨਣਾ ਹੀ ਪੈਣਾ ਇਹ ਗੱਲ। ਦੂਜੀ ਗੱਲ ਫਿਰ ਉਹਦਾ ਕੀਤਾ ਕੀ ਜਾਵੇ, ਉਹਦੇ ਚ ਵੀ ਗੱਲ ਇਹ ਹੈ ਵੀ ਤੁਹਾਨੂੰ ਪਹਿਲਾਂ ਵਿਚਾਰ ਸਥਾਪਿਤ ਕਰਨਾ ਪੈਂਦਾ। ਜਿੰਨਾ ਚਿਰ ਤੁਸੀਂ ਵਿਚਾਰ ਸਥਾਪਿਤ ਨਹੀਂ ਕਰਦੇ ਉਨਾ ਚਿਰ ਤੁਹਾਡੀ ਜਿਹੜੀ ਸਪੋਰਟ ਨਹੀਂ ਹੋ ਸਕਦੀ, ਤੁਹਾਡੇ ਆਪ ਦੀ ਭੁਗਤਣ ਲੱਗ ਜਾਂਦੀ।
ਇਹ ਐਡੀ ਵੱਡੀ ਗੱਲ ਆ। ਸੋ ਬਰਤਾਂਤ ਆ ਜਿਹੜਾ ਉਹ ਐਡੀ ਵੱਡੀ ਗੱਲ ਆ। ਸਿੱਖਾਂ ਵੱਲੋਂ ਬਰਤਾਂਤ ਆ ਜਿਹੜਾ ਉਹ ਸਿਰਜਿਆ ਨਹੀਂ ਜਾ ਸਕਿਆ। ਉਹਦੇ ਕਈ ਇਤਿਹਾਸਕ ਕਾਰਨ ਹੈ ਬਹੁਤ ਵੱਡੇ, ਕਿਉਂਕਿ ਸਿੱਖਾਂ ਨੂੰ ਸਿਵਲਾਈਜੇਸ਼ਨ ਡਿਵੈਲਪਮੈਂਟ ਦਾ ਟਾਈਮ ਨਹੀਂ ਮਿਲਿਆ, ਸਿੱਖਾਂ ਤੋਂ ਉਹੋ ਜਿਹੀਆਂ ਸੰਸਥਾਵਾਂ ਸਿਰਜਣ ਦਾ ਟਾਈਮ ਨਹੀਂ ਮਿਲਿਆ, ਕਿਉਂਕਿ ਸਿੱਖ ਮੋਸਟਲੀ ਆਪਦੇ ਇਤਿਹਾਸ ਦੌਰਾਨ ਜਾਂ ਸੰਘਰਸ਼ ਕਰਦੇ ਰਹੇ ਆ ਤੇ ਜਾਂ ਫਿਰ ਕਿਸੇ ਹੋਰ ਹਕੂਮਤ ਦੇ ਦਾਅਵੇ ਹੇਠਾਂ ਰਹੇ ਆ। ਸੋ ਉਹਨਾਂ ਸਾਰੇ ਇਤਿਹਾਸਕ ਕਾਰਨਾਂ ਕਰਕੇ ਮੈਨੂੰ ਲੱਗਦਾ ਵੀ 21ਵੀਂ ਸਦੀ ਦੇ ਵਿੱਚ ਸਿੱਖਾਂ ਨੂੰ ਵੱਡਾ ਮੋੜ ਕੱਟਣ ਦੀ ਲੋੜ ਆ। ਕਿਸੇ ਸੰਘਰਸ਼ ਨੂੰ ਕਾਮਯਾਬ ਬਣਾਉਣ ਵਾਸਤੇ ਸਭ ਤੋਂ ਪਹਿਲੀ ਲੋੜ ਤਾਂ ਇਹ ਹੁੰਦੀ ਹੈ ਵੀ ਉਸ ਕੌਮ ਦਾ ਬੱਚਾ ਇਹ ਗੱਲ ਤੇ ਸਹਿਮਤ ਹੋਵੇ ਕਿ ਆਹ ਸਾਡਾ ਸੰਘਰਸ਼ ਹੈ ਤੇ ਸਾਨੂੰ ਇਸ ਚੀਜ਼ ਦੀ ਲੋੜ ਹੈ, ਜਿਵੇਂ ਕਸ਼ਮੀਰ ਤੇ ਫਲਸਤੀਨ ਦੇ ਵਿੱਚ ਹੈ। ਪਰ ਪੰਜਾਬ ਦੇ ਵਿੱਚ ਇਸ ਤਰ੍ਹਾਂ ਨਹੀਂ ਗਾ, ਤੇ ਸਾਨੂੰ ਇਸ ਗੱਲ ਨੂੰ ਲੈ ਕੇ ਝੂਠ ਵੀ ਨਹੀਂ ਮਾਰਨਾ ਚਾਹੀਦਾ। ਪੰਜਾਬ ਦੇ ਵਿੱਚ ਮੈਜੋਰਟੀ ਸਿੱਖ, ਬਾਹਰਲੇ ਮੁਲਕਾਂ ਦੇ ਵਿੱਚ ਵੀ ਕਾਫੀ ਵੱਡੀ ਮੈਜੋਰਟੀ ਤਾਂ ਸ਼ਾਇਦ ਨਾ ਹੋਵੇ ਅੱਜ ਕੱਲ, ਪਰ ਕਾਫੀ ਵੱਡੀ ਗਿਣਤੀ ਦੇ ਵਿੱਚ ਸਿੱਖ ਆ ਜਿਹੜੇ ਉਹ ਵਿਰੁੱਧ ਭੁਗਤਦੇ ਆ। ਜਿਹੜੀ ਹੁਣ ਤੱਕ ਪੰਥਕ ਸਰਕਲਾਂ ਦੇ ਵਿੱਚ ਸਟ੍ਰੈਟਜੀ ਰਹੀ ਹੈ ਉਹਨਾਂ ਨਾਲ ਡੀਲ ਕਰਨ ਦੀ, ਉਹ ਇਹ ਰਹੀ ਹੈ ਵੀ ਉਹਨਾਂ ਨੂੰ ਗਦਾਰ ਲੇਬਲ ਕਰ ਦਿਓ, ਉਹਨਾਂ ਨੂੰ ਲਾਹਨਤਾਂ ਪਾਓ ਤੇ ਕੁਝ ਹੱਦ ਤੱਕ ਵੀ ਐਕਸਟ੍ਰੀਮ ਤੇ ਜਾ ਕੇ ਉਹਨਾਂ ਨੂੰ ਗਾਲਾਂ ਕੱਢੋ। ਮੇਰੇ ਖਿਆਲ ਦੇ ਵਿੱਚ ਇਹ ਗਲਤ ਸਟ੍ਰੈਟਜੀ ਸੀ ਤੇ ਮੇਰੇ ਖਿਆਲ ਦੇ ਵਿੱਚ ਇਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ। ਜੇ ਇਸ ਸਟ੍ਰੈਟਜੀ ਦੀ ਥਾਂ ਤੇ ਠਰਮੇ ਨਾਲ, ਸਹਿਜ ਨਾਲ ਗੱਲ ਕਰਨ ਦੀ ਪਿਰਤ ਪਈ ਹੁੰਦੀ ਤਾਂ ਮੈਨੂੰ ਲੱਗਦਾ ਵੀ ਉਹਨਾਂ ਚੋਂ ਜ਼ਿਆਦਾ ਵੱਡੀ ਗਿਣਤੀ ਆ ਜਿਹੜੀ ਉਹ ਸਾਡੇ ਨਾਲ ਖੜ ਜਾਣੀ ਸੀ। ਸੋ ਪਹਿਲੀ ਲੋੜ ਇਸ ਗੱਲ ਦੀ ਹੈ ਵੀ ਜਿਹੜਾ ਇੱਕ ਕਿਸਮ ਦਾ ਹੈਗੀ ਤਾਂ ਇਹ ਪ੍ਰੋਬਲਮ ਸਾਰੀਆਂ ਧਿਰਾਂ ਦੇ ਵਿੱਚ ਹੀ ਹੈ। ਸਾਰੀਆਂ ਧਿਰਾਂ ਹੀ ਪੰਜਾਬ ਦੇ ਵਿੱਚ ਲਗਭਗ ਇਹ ਕੰਮ ਕਰਦੀਆਂ। ਖੱਬੇ ਪੱਖੀ ਵੀ ਕਰਦੇ ਆ, ਸੰਘੀ ਵੀ ਕਰਦੇ ਆ, ਆਮ ਆਦਮੀ ਪਾਰਟੀ ਵਾਲੇ ਵੀ ਕਰਦੇ ਆ, ਰਵਾਇਤੀ ਪਾਰਟੀਆਂ ਵਾਲੇ ਵੀ ਕਰਦੇ ਆ। ਪਰ ਸਿੱਖਾਂ ਦੇ ਵਿੱਚ ਇਹ ਗੱਲ ਆਉਣੀ ਹੈ ਜਿਹੜੀ ਉਹ ਜ਼ਿਆਦਾ ਦੁਖਦਾਈ ਹੈ, ਕਿਉਂਕਿ ਉਹ ਅਫੋਰਡ ਕਰਦੇ ਆ। ਉਹਨਾਂ ਦੀ ਗੇਮ ਹੋਰ ਹੈ, ਸਾਡੀ ਗੇਮ ਹੋਰ ਹੈ। ਸਾਡੇ ਲਈ ਇਹ ਜ਼ਿੰਦਗੀ ਮੌਤ ਦਾ ਸਵਾਲ ਆ, ਸਾਡੇ ਲਈ ਇਹ ਸਾਡੇ ਸਰਵਾਈਵਲ ਦੀ ਲੜਾਈ ਹੈ। ਸੋ ਅਸੀਂ ਨਹੀਂ ਅਫੋਰਡ ਕਰਦੇ ਕੋਈ ਵੀ ਗਲਤੀ ਕਰਨਾ ਨਿੱਕੀ ਜੀ। ਬਿਲਕੁਲ ਵੀ, ਕਿਉਂਕਿ ਜਿਹੜੀ ਇਹ ਲੜਾਈ ਹੈ ਇਹਦੇ ਵਿੱਚ ਬੜੀਆਂ ਜਾਨਾਂ, ਬੜਾ ਜਿਹੜਾ ਆ ਲਹੂ ਡੁੱਲਿਆ ਹੈ ਤੇ ਇਹ ਆਮ ਸਿਆਸਤ ਨਹੀਂ ਆ। ਤੇ ਹੁਣ ਮੈਂ ਜਦੋਂ ਗੱਲ ਤੁਸੀਂ ਕੀਤੀ ਕਸ਼ਮੀਰ ਤੇ ਫਲਸਤੀਨ ਦੀ, ਮੈਂ ਹੁਣ ਇੰਟਰਵਿਊ ਦੇ ਕਿਉਂਕਿ ਐਂਡ ਵੱਲ ਆਪਾਂ ਵੱਧ ਰਹੇ ਆ, ਪ੍ਰੋਗਰਾਮ ਦਾ ਜਿੰਨਾ ਟਾਈਮ ਆ, ਤੇ ਉਹਦੇ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੁਣ ਖੜਾ ਹੋ ਰਿਹਾ ਹੈ ਕਿ ਜਿਹੜੇ ਪੱਛਮੀ ਮੁਲਕ ਨੇ ਉਹਨਾਂ ਦੇ ਜਿਹੜੇ ਵਪਾਰਕ ਹਿੱਤ ਨੇ, ਪੱਛਮੀ ਮੁਲਕਾਂ ਦੀ ਵੀ ਆਪਾਂ ਗੱਲ ਨਾ ਕਰੀਏ, ਆਲ ਓਵਰ ਦੀ ਗਲੋਬ ਜਿਹੜੀਆਂ ਸੁਪਰ ਪਾਵਰਸ ਨੇ ਉਹ ਆਪਣੇ ਪਹਿਲਾਂ ਵਪਾਰਕ ਹਿੱਤਾਂ ਨੂੰ ਦੇਖ ਰਹੀਆਂ ਨੇ ਇੰਡੀਆ ਦੇ ਨਾਲ ਕਿਸੇ ਤਰ੍ਹਾਂ ਦੀ ਵੀ ਇੰਗੇਜਮੈਂਟ ਦੇ ਵਿੱਚ। ਤਾਂ ਜਦੋਂ ਇੰਡੀਆ ਇੱਕ ਵੱਡੀ ਮੰਡੀ ਆ ਤੇ ਦੁਨੀਆ ਦੀ ਹੁਣ ਸਭ ਤੋਂ ਵੱਡੀ ਆਬਾਦੀ ਵਾਲਾ ਮੁਲਕ ਵੀ ਬਣ ਚੁੱਕਿਆ ਹੈ, ਤਾਂ ਜੇ ਹੁਣ ਇਸ ਵਪਾਰਕ ਹਿੱਤਾਂ ਦੇ ਸਾਹਮਣੇ ਰੱਖ ਕੇ ਅਸੀਂ ਇੱਥੇ ਲੜਨ ਵਾਲੀਆਂ ਕੌਮਾਂ ਦੇ ਫਿਊਚਰ ਨੂੰ ਦੇਖੀਏ ਤਾਂ ਫਿਰ ਤਾਂ ਕੋਈ ਪੋਸੀਬਿਲਿਟੀ ਨਜ਼ਰ ਹੀ ਨਹੀਂ ਆ ਰਹੀ ਕਿ ਕੋਈ ਵੀ ਜਿਹੜੀ ਦੁਨੀਆ ਦੀ ਵੱਡੀ ਤਾਕਤ ਆ ਉਹ ਜੇ ਉਹਨੇ ਵਪਾਰਕ ਹਿੱਤਾਂ ਦੇ ਸੰਦਰਭ 'ਚ ਚੱਲਣਾ ਆ, ਫਿਰ ਇਹਨਾਂ ਦੀ ਸਾਰ ਕੌਣ ਲਊ ਇਹਨਾਂ ਲੜਨ ਵਾਲੀਆਂ ਕੌਮਾਂ ਦੀ? ਦੇਖੋ, ਜਿਹੜੀ ਮੈਂ ਦੋ ਚੀਜ਼ਾਂ ਦੇ ਵਿੱਚ ਫਰਕ ਕਰਦਾ, ਇੱਕ ਤਾਂ ਪੱਛਮੀ ਮੁਲਕਾਂ ਦੀਆਂ ਸਰਕਾਰਾਂ, ਇੱਕ ਇਹਨਾਂ ਮੁਲਕਾਂ ਦੀ ਸਿਵਲ ਸੁਸਾਇਟੀ ਹੈ, ਆਮ ਲੋਕ ਆ ਜਿਹੜੇ ਇਹਨਾਂ ਨੂੰ ਮੁਲਕਾਂ ਦੇ, ਜਾਂ ਆਮ ਨਹੀਂ ਤੁਸੀਂ ਕਹਿ ਲਓ ਵੀ ਇਹਨਾਂ ਮੁਲਕਾਂ ਦੇ ਵਿੱਚ ਐਕੈਡੈਮਿਕ, ਜਰਨਲਿਸਟ ਜਾਂ ਆਪਣਾ ਐਂਟਰਟੇਨਮੈਂਟ ਇੰਡਸਟਰੀ ਦੇ ਲੋਕ, ਉਹਨਾਂ ਦੇ ਵਿੱਚ ਤੁਹਾਡੀ ਗੱਲ ਗਰਾਊਂਡ ਹੋਣੀ ਸਰਕਾਰ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੁੰਦੀ ਹੈ। ਉਹਨਾਂ ਨੇ ਤੁਹਾਡੀ ਗੱਲ ਗਾਂਹ ਲੈ ਕੇ ਜਾਣੀ ਹੁੰਦੀ। ਤੁਸੀਂ ਬਲੈਕ ਲਾਈਵਜ਼ ਮੈਟਰ ਵੇਖੋ, ਉਹਨਾਂ ਨੂੰ ਇੰਨੀ ਭਰਪੂਰ ਸਮਰਥਨ ਕਿਵੇਂ ਮਿਲਿਆ। ਈਵਨ 9/11 ਤੋਂ ਬਾਅਦ ਮੁਸਲਮਾਨਾਂ ਨੂੰ ਵੀ ਇੰਨਾ ਭਰਪੂਰ ਸਮਰਥਨ, ਜਦੋਂ ਅਮਰੀਕਾ ਤਾਂ ਮੁਸਲਮਾਨਾਂ ਨਾਲ ਜੰਗ ਕਰ ਰਿਹਾ ਤੇ ਅਮਰੀਕਨ ਸਿਵਲ ਸੁਸਾਇਟੀ ਸਾਰੀ ਉਹਨਾਂ ਦੇ ਨਾਲ ਖੜ ਜਾਂਦੀ ਹੈ। ਜਦੋਂ ਇਰਾਕ ਦੇ ਉੱਤੇ ਹਮਲਾ ਹੋਇਆ ਤਾਂ ਦੁਨੀਆ ਦੇ ਇਤਿਹਾਸ ਦੇ ਵਿੱਚ ਸਭ ਤੋਂ ਵੱਡੇ ਮੁਜ਼ਾਹਰੇ ਸਾਰੀ ਦੁਨੀਆ ਦੇ ਵਿੱਚ ਕੋਆਰਡੀਨੇਟਡ ਇੱਕੋ ਦਿਨ, ਜਿਹਦੇ ਚ ਕਈ ਮਿਲੀਅਨ ਲੋਕਾਂ ਨੇ ਭਾਗ ਲਿਆ, ਉਹ ਹੋਈ। ਜਿੱਡੇ ਮੁਜ਼ਾਹਰੇ ਨਾ ਪਹਿਲਾਂ ਕਦੇ ਹੋਏ ਨਾ ਬਾਅਦ ਚ ਹੋਏ। ਸੋ ਉਹ ਕੀ ਚੀਜ਼ ਆ? ਕਿਉਂ 9/11 ਤੋਂ ਬਾਅਦ ਸਾਰੀ ਪੱਛਮੀ ਸਿਵਲ ਸੁਸਾਇਟੀ ਹੈ ਜਿਹੜੀ ਉਹ ਇਸਲਾਮੋਫੋਬੀਆ ਬਾਰੇ ਕੰਸਰਨ ਸੀ? ਇਹ ਉਹਨਾਂ ਦੀ ਜਿੱਤ ਸੀ। ਸਾਡੇ ਤੋਂ ਇਹੋ ਜਿਹੀ ਜਿੱਤ ਨਹੀਂ ਸਥਾਪਿਤ ਕੀਤੀ ਗਈ। ਸਾਡੇ ਕੋਲ ਤਾਂ ਇੱਥੇ ਕੈਨੇਡਾ ਦੇ ਵਿੱਚ ਲੱਖਾਂ ਸਿੱਖਾਂ ਨੂੰ 2 ਪੱਤਰਕਾਰਾਂ ਨੇ ਬਾਣੀ ਪਾਈ ਰੱਖਿਆ 20 ਸਾਲ, ਤੇ ਅੱਜ ਵੀ ਨਹੀਂ ਹਟਦੇ। ਉਹ ਹੈਂਡਲ ਹੀ ਨਹੀਂ ਹੋਏ। ਮੁਸਲਮਾਨਾਂ ਬਾਰੇ ਉਹ ਗੱਲ ਕਰਕੇ ਵਿਖਾਉਣ ਕਿਹੋ ਜਿਹੀ ਕੋਈ, ਅਗਲੇ ਦਿਨ ਹੀ ਉਹ ਲੈ ਜਾਣਗੇ।
ਤੇ ਉਹ ਇੱਕ ਐਗਜ਼ਾਮਪਲ ਸੈੱਟ ਹੋ ਜਾਊਗੀ ਕਿ ਕੋਈ ਹੋਰ ਵੀ ਜੁਰਤ ਨਾ ਕਰ ਸਕੇ ਬੋਲਣ ਦੀ। ਠੀਕ ਹੈ ਨਾ। ਸੋ ਸਾਡੇ ਸਿੱਖਾਂ ਦੀ ਸਿਚੁਏਸ਼ਨ ਯੂਨੀਕ ਹੈ, ਸਾਡੀਆਂ ਸਮੱਸਿਆਵਾਂ ਯੂਨੀਕ ਹੈ, ਬਾਕੀ ਕੌਮਾਂ ਨਾਲੋਂ ਸਾਡੀ ਸਥਿਤੀ ਆ ਜਿਹੜੀ ਉਹ ਵੱਖਰੀ ਹੈ। ਸੋ ਸਾਡੀ ਸੁਣਵਾਈ ਆ ਜਿਹੜੀ ਉਹ ਸਿਰਫ ਸਰਕਾਰਾਂ ਦੇ ਮੂਹਰੇ ਨਹੀਂ ਹੋਣੀ ਚਾਹੀਦੀ ਗੀ, ਸਿਵਲ ਸੁਸਾਇਟੀ ਆ ਜਿਹੜੀ ਉਹਦੇ ਵਿੱਚ ਸਾਡੀ ਗੱਲ ਚੱਲਣੀ ਚਾਹੀਦੀ ਹੈ। ਉਹਦੇ ਚ ਅਸੀਂ ਬੁਰੀ ਤਰ੍ਹਾਂ ਜਿਹੜੀ ਉਹ ਫੇਲ ਹੋਏ ਆ ਹੁਣ ਤੱਕ, ਤੇ ਭਵਿੱਖ ਵੀ ਇਸ ਗੱਲ ਤੇ ਨਿਰਭਰ ਕਰਦਾ ਵੀ ਅਸੀਂ ਕਿੰਨੀ ਕਾਮਯਾਬੀ ਨਾਲ ਉਹ ਗੱਲ ਰੱਖ ਸਕਦੇ ਹਾਂ। ਬਿਲਕੁਲ ਜੀ, ਆਖਰੀ ਸਵਾਲ ਹੈ ਮੇਰਾ ਕਿ ਜਿਹੜਾ ਕੈਨੇਡਾ ਦੇ ਵਿੱਚ ਹੁਣ ਮਰਡਰ ਹੋਇਆ ਨਿੱਜਰ ਹੋਰਾਂ ਦਾ, ਤੇ ਉਸ ਤੋਂ ਬਾਅਦ ਜਿਹੜੀ ਹੁਣ ਤੱਕ ਦੀ ਕਾਰਵਾਈ ਆ, ਭਾਵੇਂ ਉਹ ਕੈਨੇਡੀਅਨ ਗਵਰਨਮੈਂਟ ਦੇ ਵਿੱਚ ਕਾਫੀ ਸਿੱਖ ਐਮਪੀਜ਼ ਵੀ ਨੇ, ਉਹਨਾਂ ਤੋਂ ਵੀ ਜਿਹੜੀ ਸਿੱਖ ਕਮਿਊਨਿਟੀ ਆ ਸੰਤੁਸ਼ਟ ਨਜ਼ਰ ਨਹੀਂ ਆ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਤੋਂ ਵੀ। ਤੇ ਇੱਕ ਵੱਡਾ ਸਵਾਲ ਉੱਠ ਰਿਹਾ ਕਿ ਜਿਹੜਾ ਕੈਨੇਡਾ ਆ, ਕੀ ਉਹ ਜਿਹੜਾ ਇਨਸਾਫ ਆ ਇਸ ਮਾਮਲੇ 'ਚ ਕਰ ਸਕਦਾ ਹੈ? ਤਾਂ ਪਰ ਇਹ ਵੀ ਗੱਲ ਹੋ ਰਹੀ ਹੈ ਕਿ ਸਿੱਖ ਦਾ ਕਤਲ ਨਹੀਂ, ਇੱਕ ਇੰਡੀਅਨ ਇੰਟਰਫੇਰੈਂਸ ਆ ਤੇ ਇੰਡੀਅਨ ਜਿਹੜਾ ਐਕਸ਼ਨ ਆ ਕੈਨੇਡਾ ਦੀ ਸੋਇਲ ਤੇ, ਤਾਂ ਇਹ ਕੈਨੇਡਾ ਦੀ ਸੋਵਰੈਨਿਟੀ ਨੂੰ ਵੀ ਚੈਲੰਜ ਆ। ਤੇ ਜਦੋਂ ਕੈਨੇਡਾ ਵਰਗਾ ਮੁਲਕ ਜਿਹੜਾ ਆਪਣੇ ਆਪ ਦੇ ਵਿੱਚ ਪੂਰਾ ਡਿਵੈਲਪਡ ਇੱਕ ਪਾਵਰ ਆ, ਦੁਨੀਆ ਦੀ ਵੱਡੀ ਤਾਕਤ ਆ, ਤੇ ਕੀ ਉਹ ਆਪਣੀ ਸੋਵਰੈਨਿਟੀ ਨੂੰ ਚੈਲੰਜ ਹੋਣ ਦਊਗਾ ਵੀ ਆਪਣੇ ਕਿਸੇ ਸਿਟੀਜ਼ਨ ਨੂੰ ਉਸ ਦੀ ਧਰਤੀ ਦੇ ਉੱਤੇ ਇਸ ਤਰ੍ਹਾਂ ਆ ਕੇ ਕੋਈ ਕਤਲ ਕਰ ਜੇ? ਜੇ ਇਹਦੇ ਪਿੱਛੇ ਕਿਸੇ ਥਰਡ ਸਟੇਟ ਦਾ ਹੱਥ ਆ, ਤਾਂ ਤੁਸੀਂ ਕੀ ਸਮਝ ਰਹੇ ਹੋ ਕਿ ਮਤਲਬ ਇਹ ਕੀ ਉਹ ਆਪਣੇ ਜਿਹੜੇ ਵਪਾਰਕ ਹਿੱਤ ਨੇ ਉਹਨਾਂ ਨੂੰ ਤਰਜੀਹ ਦਊਗਾ ਜਾਂ ਆਪਣੀ ਸੋਵਰੈਨਿਟੀ ਨੂੰ, ਜੇ ਸਿੱਖਾਂ ਦੇ ਮਾਮਲੇ 'ਚ ਦੇਖਿਆ ਜਾਵੇ? ਦੇਖੋ, ਜਿਹੜਾ ਇੱਥੇ ਹੁਣ ਵੈਸਟਰਨ ਸੁਸਾਇਟੀ ਦੇ ਵਿੱਚ ਜਿਹੜਾ ਰੇਸਿਜ਼ਮ ਹੈ ਉਹ ਵੀ ਇਹਦੇ ਵਿੱਚ ਰੋਲ ਪਲੇ ਕਰ ਰਿਹਾ। ਜੇ ਇਹਦੀ ਥਾਂ ਤੇ ਕੋਈ ਗੋਰਾ ਮਾਰਿਆ ਹੁੰਦਾ ਫਿਰ ਇਹ ਨਹੀਂ, ਫਿਰ ਰਿਐਕਸ਼ਨ ਇਹੋ ਜਿਹਾ ਨਹੀਂ ਸੀ ਹੋਣਾ। ਜੇ ਇਹਦੀ ਥਾਂ ਤੇ ਕੋਈ ਮੁਸਲਮਾਨ ਮਾਰਿਆ ਹੁੰਦਾ ਫਿਰ ਵੀ ਰਿਐਕਸ਼ਨ ਇਹੋ ਜਿਹਾ ਨਹੀਂ ਸੀ ਹੋਣਾ। ਇੱਕ ਸਿੱਖ ਮਾਰਿਆ ਤੇ ਇੱਕ ਸਿੱਖ ਦੀ ਮੌਤ ਨੂੰ ਇਗਨੋਰ ਕਰਨਾ ਕੈਨੇਡੀਅਨ ਗਵਰਨਮੈਂਟ ਵੀ ਅਫੋਰਡ ਕਰਦੀ ਹੈ, ਤੇ ਉਹਦੇ ਤੇ ਉਹਨਾਂ ਅਸਰ ਨਹੀਂ। ਸੋ ਉਹਨੂੰ ਐਜ਼ ਆ ਕੈਨੇਡੀਅਨ ਸੋਵਰੈਨਿਟੀ ਦਾ ਇਸ਼ੂ ਬਣਿਆ ਹੀ ਨਹੀਂ ਹਜੇ ਤੱਕ ਮੀਡੀਆ ਦੇ ਵਿੱਚ ਵੀ। ਠੀਕ ਹੈ ਨਾ। ਉਹ ਇਸ਼ੂ ਇਹੀ ਹੈ ਵੀ ਦੇਖੋ ਜੀ, ਇਹ ਸਿੱਖਾਂ ਦਾ ਕੋਈ ਇਹ ਇੱਕ ਕਿਸਮ ਦੀ ਰਿਗਰੈਸਿਵ ਕਮਿਊਨਿਟੀ ਹੈ, ਇਹਨਾਂ ਦਾ ਇੰਡੀਆ ਨਾਲ ਕੋਈ ਰੌਲਾ ਤੇ ਆਪਦੀ ਕੌਨਫਲਿਕਟ ਇੱਥੇ ਲਿਆ ਰਹੇ ਆ, ਇਸ ਕਰਕੇ ਕੈਨੇਡਾ ਦੇ ਵਿੱਚ ਵੀ ਗਲਤ ਘਟਨਾਵਾਂ ਜਿਹੜੀਆਂ ਹੋ ਰਹੀਆਂ। ਜਿਸ ਕਿਸਮ ਦੀ ਸਹੀ, ਜਿਸ ਕਿਸਮ ਦਾ ਡਿਪਲੋਮੈਟਿਕ ਕੌਨਫਲਿਕਟ ਪੈਦਾ ਹੋਣੀ ਚਾਹੀਦੀ ਸੀ, ਉਹ ਤਾਂ ਹੋਈ ਨਹੀਂ ਗੀ। ਨਾ ਕੈਨੇਡੀਅਨ ਸਰਕਾਰ ਨੇ ਕੋਈ ਅੱਜ ਤੱਕ ਸਟੇਟਮੈਂਟ ਦਿੱਤੀ, ਨਾ ਉਹਨਾਂ ਨੇ ਪਬਲਿਕ ਇਨਕੁਆਇਰੀ ਮਾਰਕ ਕੀਤੀ। ਤੇ ਇਹ ਕੋਈ ਪਹਿਲੀ ਘਟਨਾ ਥੋੜੀ ਹੈ। 1984 ਤੋਂ ਲੈ ਕੇ, ਉਦੋਂ ਪਹਿਲਾਂ ਤੋਂ ਲੈ ਕੇ ਭਾਰਤੀ ਹਕੂਮਤ ਹੈ ਜਿਹੜੀ ਉਹ ਕੈਨੇਡੀਅਨ ਸਿੱਖਾਂ ਦੀ ਜ਼ਿੰਦਗੀ ਦੇ ਵਿੱਚ ਦਖਲ ਦੇ ਰਹੀ ਹੈ। ਇਹਦੇ ਬਾਰੇ ਉਹਨਾਂ ਦੇ ਆਪਦੇ ਹੀ ਰਾਜ ਦੇ ਚੀਫ ਨੇ ਆਪਣਾ ਰਾਜ ਦੇ ਡਿਪਟੀ ਡਾਇਰੈਕਟਰ ਨੇ ਕਿਤਾਬਾਂ ਲਿਖੀਆਂ, ਉਹਦੇ 'ਚ ਉਹਨੇ ਆਪ ਹੀ ਦੱਸਿਆ ਵੀ ਅਸੀਂ ਆਹ ਕੁਛ ਕਰਦੇ ਸੀ। ਪਰ ਕੈਨੇਡਾ ਦੀ ਸਰਕਾਰ ਦੇ ਤਾਂ ਕੋਈ ਅਸਰ ਨਹੀਂ ਹੋਇਆ। ਉਹਨਾਂ ਨੇ ਤਾਂ ਨੋਟਿਸ ਵੀ ਨਹੀਂ ਲਿਆ ਇਸ ਗੱਲ ਦਾ ਬਈ ਕੋਈ ਫੋਰਨ ਇੰਟੈਲੀਜੈਂਸ ਏਜੰਸੀ ਹੈ ਜਿਹੜੀ ਉਹ ਓਪਰੇਟ ਕਰ ਰਹੀ ਸੀ ਕੈਨੇਡਾ ਦੇ ਵਿੱਚ, ਤੇ ਉਹਦੇ ਇੱਕ ਬਹੁਤ ਸੀਨੀਅਰ ਆਫੀਸਰ ਨੇ ਆਪ ਹੀ ਕਿਤਾਬ ਲਿਖ ਕੇ ਕਿਹਾ ਵੀ ਅਸੀਂ ਇਸ ਤਰੀਕੇ ਨਾਲ ਕੈਨੇਡਾ ਦੇ ਵਿੱਚ ਆਪਰੇਟ ਕਰਦੇ ਸੀ, ਤੇ ਕੈਨੇਡੀਅਨ ਸਰਕਾਰ ਨੇ ਕੁਛ ਵੀ ਨਹੀਂ ਕੀਤਾ। ਕੁਛ ਤਾਂ ਕੀ ਕਰਨਾ ਸੀਗਾ, ਨੋਟਿਸ ਵੀ ਨਹੀਂ ਲਿਆ ਉਸ ਗੱਲ ਦਾ। ਸੋ ਉਸ ਸਥਿਤੀ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਤਾਂ ਕੈਨੇਡਾ ਦੀ ਸਰਕਾਰ ਦੀ ਇਹੀ ਹੋਣੀ ਆ ਵੀ ਇਹਨੂੰ ਇਗਨੋਰ ਕਰ ਦਿਓ ਤੇ ਇਹਦਾ ਕੋਈ ਬਾਹਲਾ ਨੋਟਿਸ ਨਾ ਲਓ। ਕਿਉਂਕਿ ਸਿਵਲ ਸੁਸਾਇਟੀ ਇੱਥੋਂ ਦੀ ਸਾਡੇ ਨਾਲ ਨਹੀਂ, ਤੇ ਸਿਵਲ ਸੁਸਾਇਟੀ ਬਿਨਾਂ ਆਪਦਾ ਡਿਸਕੋਰਸ ਖੜੇ ਕੀਤੇ ਨਾਲ ਨਹੀਂ ਹੋ ਸਕਦੀ। ਸਾਨੂੰ ਜੇ 2-4% ਥੋੜੀ ਬਹੁਤੀ ਮੀਡੀਆ ਵੱਲੋਂ ਸਹੀ ਕਵਰੇਜ ਮਿਲੀ ਆ, ਤਾਂ ਉਹ ਇਸ ਕਰਕੇ ਹੀ ਮਿਲੀ ਆ ਵੀ ਜਿਹੜਾ ਸਾਡਾ ਪਿਛਲੇ ਕੁਝ ਸਾਲਾਂ ਦੇ ਵਿੱਚ ਥੋੜਾ ਬਹੁਤਾ ਡਿਸਕੋਰਸ ਚੱਲਿਆ। ਪਰ ਅਦਰਵਾਈਜ਼ ਮੈਨੂੰ ਲੱਗਦਾ ਨਾ ਵੀ ਜਿਹੜੇ ਮੋਸਟਲੀ ਸਿੱਖ ਐਕਟਿਵਿਸਟ ਨੇ ਉਹ ਇਸ ਗੱਲ ਨਾਲ ਅੰਦਰੋਂ ਕਨਵਿੰਸਡ ਨਹੀਂ ਕਿ ਜਿਹੜੀ ਆ ਮੈਂ ਗੱਲ ਕਰ ਰਿਹਾ। ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਉਹ ਜ਼ੋਰ ਨਾਲ ਹੀ ਇਹ ਜੰਗ ਜਿੱਤ ਲੈਣਗੇ। ਮੈਨੂੰ ਨਹੀਂ ਲੱਗਦਾ ਜ਼ੋਰ ਨਾਲ ਇਹ ਜੰਗ ਜ਼ੋਰ ਨਾਲ ਜਿੱਤਣ ਵਾਲੀ ਹੈ ਹੀ ਨਹੀਂ। ਇਹਦੇ ਵਿੱਚ ਜ਼ੋਰ ਨਾਲ ਜੁਗਤ ਵਰਤਣੀ ਪੈਣੀ ਹੈ, ਉਹ ਜੁਗਤ ਸਾਡੇ ਕੋਲੇ ਹੈਗੀ ਨਹੀਂ। ਸੋ ਇਹ ਜਿਹੜਾ ਲੰਮੇ ਸਮੇਂ ਦੇ ਵਿੱਚ ਜੇ ਇਹਦਾ ਅਸਰ ਵੇਖੀਏ, ਹੋਰ ਮਹੀਨੇ ਨੂੰ ਇਹ ਮਸਲਾ ਦਬ ਜਾਣਾ। ਉਹਦੇ ਤੋਂ ਬਾਅਦ ਚ ਭਾਰਤੀ ਹਕੂਮਤ ਚਾਹਵੇ ਤਾਂ ਉਹ ਇੱਥੇ ਵੀ ਜਾਂ ਕਿਸੇ ਹੋਰ ਮੁਲਕ ਦੇ ਵਿੱਚ ਵੀ ਇਹੋ ਜਿਹਾ ਕੰਮ ਕਰ ਸਕਦੀ ਹੈ।
ਦੋ ਚਾਰ ਹੋਰ ਘਟਨਾਵਾਂ ਇਹੋ ਜਿਹੀਆਂ ਹੋਣਗੀਆਂ, ਉਹਦੇ ਨਾਲ ਉਹਨਾਂ ਘਟਨਾਵਾਂ ਦਾ ਜਿਹੜਾ ਪਹਿਲੀ ਘਟਨਾ ਦਾ ਪ੍ਰਤੀਕਰਮ ਏਡਾ ਜ਼ਬਰਦਸਤ ਆਇਆ ਤੇ ਉਹ ਪ੍ਰਤੀਕਰਮ ਵੀ ਹੌਲੀ ਹੌਲੀ ਠੰਡਾ ਪੈ ਜਾਣਾ। ਸੋ ਇਸ ਕਰਕੇ ਇਹ ਸੱਚੀ ਇਹ ਇੱਕ ਖਤਰਾ ਹੈਗਾ ਤੇ ਇਹਨੂੰ ਸੀਰੀਅਸਲੀ ਲੈਣ ਦੀ ਲੋੜ ਹੈ। ਤੇ ਕਮਿਊਨਿਟੀ ਨੂੰ ਮੈਂ ਤਾਂ ਇਹ ਸਮਝਦਾ ਵੀ ਇੱਕ ਨਾ ਸਾਈਕੋਲੋਜੀਕਲ ਸ਼ਿਫਟ ਲੈਣ ਦੀ ਲੋੜ ਆ ਜੇ ਸੰਘਰਸ਼ ਨੂੰ ਸਹੀ ਲੀਹਾਂ ਤੇ ਤੋਰਨਾ। ਤਾਂ ਉਹ ਸ਼ਿਫਟ ਵੱਲੋਂ ਜਿਹੜੀ ਸਾਡੀ ਸਾਈਕਿਕ એનર્ਜੀ ਹੈ ਉਹ ਲੱਗ ਨਹੀਂ ਰਹੀ ਉਸ ਬ੍ਰਿਤਾਂਤ ਨੂੰ ਘੜਨ ਦੇ ਉੱਤੇ। ਉਹ ਸਾਰੀ ਦੀ ਸਾਰੀ ਸਾਡੀ ਕਮਿਊਨਿਟੀ ਬਹੁਤ ਪਾਵਰਫੁਲ ਹੈ, ਇਹ ਨਹੀਂ ਹੈਗਾ ਵੀ ਪਾਵਰ ਨਹੀਂ ਹੈਗੀ, ਪਰ ਅਸੀਂ ਇਹੋ ਜਿਹੀ ਕਸੂਤੀ ਸਥਿਤੀ ਦੇ ਵਿੱਚ ਫਸੇ ਹੋਏ ਹਾਂ ਕਿ ਸਾਡੀ ਆਪ ਦੀ ਤਾਕਤ ਸਾਡੇ ਹੀ ਵਿਰੁੱਧ ਭੁਗਤ ਰਹੀ ਹੈ। ਜਿਵੇਂ ਜਿਹੜਾ ਸਿੱਖਾਂ ਦਾ ਲਿਬਰਲ ਤਬਕਾ ਉਹ ਸਿੱਖਾਂ ਦੇ ਵਿਰੁੱਧ ਹੀ ਭੁਗਤਦਾ ਹੈ, ਤਾਂ ਉਹ ਸਾਡੀ ਤਾਕਤ ਪਰ ਸਾਡੇ ਵਿਰੁੱਧ ਭੁਗਤਦੀ ਹੈ। ਸੋ ਉਹਦਾ ਅਸੀਂ ਜਿੰਨਾ ਚਿਰ ਕੁਝ ਕਰਦੇ ਨਹੀਂ ਉਨਾ ਚਿਰ ਸਾਡਾ ਸੰਘਰਸ਼ ਆ ਜਿਹੜਾ ਉਹ ਬੁਲੰਦੀ ਤੇ ਨਹੀਂ ਪਹੁੰਚ ਸਕਦਾ। ਬਿਲਕੁਲ ਜੀ ਪ੍ਰੋਫੈਸਰ ਰਣਵੀਰ ਸਿੰਘ, ਤੁਸੀਂ ਬੜੀਆਂ ਜਿਹੜੀਆਂ ਗੰਭੀਰ ਗੱਲਾਂ ਨੇ, ਜਿਹੜਾ ਇੱਕ ਅਸੀਂ ਕਹਿ ਸਕਦੇ ਹਾਂ ਕਿ ਸੈਲਫ ਐਨਾਲਿਸਿਸ ਆ ਐਜ਼ ਅ ਕਮਿਊਨਿਟੀ ਵੀ ਉਹ ਸਾਨੂੰ ਕਰਨਾ ਚਾਹੀਦਾ। ਤੇ ਜਿਹੜੀ ਮਤਲਬ ਸਿਚੁਏਸ਼ਨਸ ਨੇ ਉਹ ਕਿਉਂਕਿ ਬੜੀਆਂ ਖਤਰਨਾਕ ਜਿਹੜਾ ਆ ਰੂਪ ਲੈ ਰਹੀਆਂ ਨੇ, ਰੂਪ ਲੈਂਦੀਆਂ ਨਜ਼ਰ ਆ ਰਹੀਆਂ ਨੇ ਅਗਲੇ ਸਮੇਂ ਦੇ ਵਿੱਚ, ਤਾਂ ਬੜਾ ਜ਼ਰੂਰੀ ਹੈ ਕਿ ਜਿਹੜਾ ਕਮਿਊਨਿਟੀ ਦਾ ਜਿਹੜਾ ਚਿੰਤਨ ਆ ਉਹ ਇਸ ਪਾਸੇ ਨੂੰ ਤੁਰੇ ਕਿ ਜਿਹੜੀ ਜੁਗਤ ਆ ਉਹ ਕੀ ਹੋਵੇ ਜਿਹਦੇ ਨਾਲ ਕਿ ਜਿਹੜੇ ਆਪਣੇ ਰਾਈਟਸ ਨੇ ਉਹ ਸਿਕਿਉਰ ਕੀਤੇ ਜਾ ਸਕਣ। ਤੇ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਸੋ ਪ੍ਰੋਫੈਸਰ ਰਣਵੀਰ ਸਿੰਘ ਹੋਰਾਂ ਨੇ ਜਿਵੇਂ ਗੱਲਾਂ ਕੀਤੀਆਂ ਨੇ ਤਾਂ ਇਹ ਬੜੀਆਂ ਇੰਪੋਰਟੈਂਟ ਗੱਲਾਂ ਨੇ ਜਿਹੜੀਆਂ ਕਿ ਸਾਨੂੰ ਸਮਝਣੀਆਂ ਚਾਹੀਦੀਆਂ। ਇਸ ਤਰ੍ਹਾਂ ਦੀਆਂ ਜਿਹੜੀਆਂ ਡਿਸਕਸ਼ਨਸ ਨੇ ਉਹ ਜ਼ਰੂਰ ਕਮਿਊਨਿਟੀ ਦੇ ਵਿੱਚ ਹੋਣੀਆਂ ਚਾਹੀਦੀਆਂ, ਕਿਉਂਕਿ ਕਿਸੇ ਵੀ ਇੱਕ ਬੰਦੇ ਦੀ ਜਿਹੜੀ ਮੌਤ ਆ ਉਹ ਕੱਲੀ ਇਹ ਨਹੀਂ ਹੁੰਦਾ ਕਿ ਇੱਕ ਬੰਦਾ ਜਿਹੜਾ ਆ ਉਹ ਗਿਣਤੀ ਦੇ ਪੱਖੋਂ ਦੇਖਿਆ ਜਾਵੇ ਚਲੇ ਗਿਆ, ਪਰ ਉਸ ਬੰਦੇ ਦੇ ਪਿੱਛੇ ਇੱਕ ਪੂਰੀ ਕਹਾਣੀ ਹੁੰਦੀ ਆ। ਉਸ ਬੰਦੇ ਦੇ ਪਿੱਛੇ ਜਦੋਂ ਖਾਸ ਤੌਰ ਤੇ ਕਿਸੇ ਸਟਰਗਲ ਨਾਲ, ਕਿਸੇ ਹਿਊਮਨ ਰਾਈਟਸ ਦੀ ਸਟਰਗਲ ਨਾਲ ਜੁੜਿਆ ਹੋਵੇ ਤਾਂ ਹੋਰ ਬੜਾ ਕੁਝ ਅਹਿਮ ਹੁੰਦਾ ਆ ਜਦੋਂ ਉਸ ਬੰਦੇ ਦਾ ਇਸ ਤਰ੍ਹਾਂ ਕਤਲ ਹੁੰਦਾ ਆ। ਤੇ ਕੈਨੇਡਾ ਦੇ ਵਿੱਚ ਵੀ ਹੁਣ ਜਿਹੜੀ ਸਭ ਤੋਂ ਵੱਡਾ ਸਵਾਲ ਇਸ ਕਤਲ ਦੇ ਨਾਲ ਆ ਉਹ ਇਹੀ ਖੜਾ ਹੁੰਦਾ ਹੈ ਕਿ ਇੱਕ ਕੈਨੇਡੀਅਨ ਸਿਟੀਜ਼ਨ ਦਾ ਕੈਨੇਡਾ ਦੇ ਵਿੱਚ ਇਸ ਤਰ੍ਹਾਂ ਮਰਡਰ ਹੋ ਜਾਣਾ। ਤੇ ਇਹ ਗੱਲ ਪੂਰੀ ਤਰ੍ਹਾਂ ਮੀਡੀਆ ਦੇ ਵਿੱਚ ਹੁਣ ਜੱਗ ਜ਼ਾਹਰ ਹੋ ਚੁੱਕੀ ਆ ਕਿ ਕਤਲ ਕੋਈ ਆਮ ਰੈਵਲਰੀ ਦਾ ਕਤਲ ਨਹੀਂ ਹੈ, ਇੱਕ ਪੋਲੀਟੀਕਲ ਮਰਡਰ ਆ। ਤੇ ਪੋਲੀਟੀਕਲ ਮਰਡਰ ਜਦੋਂ ਇਸ ਤਰ੍ਹਾਂ ਦਾ ਹੁੰਦਾ ਤੇ ਕੈਨੇਡੀਅਨ ਗਵਰਨਮੈਂਟ ਇਹ ਗੱਲ ਮੰਨ ਚੁੱਕੀ ਆ ਕਿ ਕੈਨੇਡਾ ਦੀ ਧਰਤੀ ਦੇ ਉੱਤੇ ਜਿਹੜੀ ਇੰਡੀਅਨ ਇੰਟਰਫੇਰੈਂਸ ਆ ਉਹ ਵੱਡੇ ਪੱਧਰ ਤੇ ਪਸਰ ਚੁੱਕੀ ਆ। ਤਾਂ ਇਹ ਸਵਾਲ ਖੜਾ ਹੋ ਰਿਹਾ ਫਿਰ ਇਹ ਮਸਲਾ ਕੈਨੇਡਾ ਦੀ ਸੋਵਰੈਨਿਟੀ ਦਾ ਮਸਲਾ ਕਿਉਂ ਨਹੀਂ ਬਣ ਰਿਹਾ ਕਿ ਜੇ ਕੈਨੇਡਾ ਦੇ ਸਿਟੀਜ਼ਨ ਜਿਹੜੇ ਆ ਉਹ ਕੈਨੇਡਾ ਦੀ ਸੋਇਲ ਤੇ ਜਿਹੜੇ ਸੇਫ ਨਹੀਂ ਆ, ਫਿਰ ਇਹ ਕਿਉਂ ਮਤਲਬ ਇਹ ਜਿਹੜਾ ਡਿਸਕੋਰਸ ਆ ਜਾਂ ਇਹ ਨੈਰੇਟਿਵ ਆ ਇਹ ਕਿਉਂ ਐਸਟੈਬਲਿਸ਼ ਨਹੀਂ ਹੋ ਰਿਹਾ? ਕਿਉਂ ਇੱਕ ਸਿੱਖ ਦੀ ਮੌਤ ਜਿਹੜਾ ਕੈਨੇਡੀਅਨ ਸਿਟੀਜ਼ਨ ਹੋਵੇ ਉਹ ਕੈਨੇਡਾ ਦੀ ਗਵਰਨਮੈਂਟ ਨੂੰ ਪੁਸ਼ ਨਹੀਂ ਕਰ ਰਹੀ ਕਿ ਉਹ ਇਸ ਨੂੰ ਆਪਣੀ ਸੋਵਰੈਨਿਟੀ ਤੇ ਅਟੈਕ ਮੰਨ ਕੇ ਤੇ ਡਿਪਲੋਮੈਟਿਕ ਲੈਵਲ ਦੇ ਉੱਤੇ ਇਸ ਤੇ ਰਿਐਕਟ ਕਰੇ? ਤਾਂ ਇਹ ਵੱਡਾ ਸਵਾਲ ਆ ਹੁਣ ਸਿੱਖ ਕਮਿਊਨਿਟੀ ਦੇ ਉੱਤੇ ਵੀ, ਕੈਨੇਡੀਅਨ ਗਵਰਨਮੈਂਟ ਦੇ ਉੱਤੇ ਵੀ, ਤੇ ਕੈਨੇਡਾ ਦੇ ਵਿੱਚ ਜਿੰਨੇ ਸਿੱਖ ਕਮਿਊਨਿਟੀ ਨੇ ਆਪਣੀ ਰਿਪਰੈਜ਼ੈਂਟੇਸ਼ਨ ਚੁਣੀ ਆ ਉਹਨਾਂ ਦੇ ਉੱਤੇ ਵੀ। ਤਾਂ ਸਾਡੀ ਇਸ ਸਾਰੇ ਮਸਲੇ ਦੇ ਉੱਤੇ ਕਿਉਂਕਿ ਬੜਾ ਗੰਭੀਰ ਮਸਲਾ ਆ, ਇਸ ਤੇ ਨਿਗਾਹ ਬਣੀ ਰਹੂਗੀ। ਤਾਂ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਨਵੇਂ ਮੁੱਦੇ ਦੇ ਨਾਲ, ਨਵੇਂ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।